तेरा अंत ना जाई लखिया, अकथ न जाई हर कथया। नानक जिन कौ सतगुर मिलिया, तिन का लेखा निबड़िया। सो कहो टल गुर सेविया, अहनिस सहज सुभाए। दर्शन परसया गुरु कै, जन्म मरण दुख जाय। होवै सिफत खसामदी, नूर अरसहो कुरसहो चटिया। तुध डिठे सच्चे पातशाह, मल जन्म जन्म दी कठिया। सज्जन सच्चा पातशाह, सिर साहां दै साहो। जिस पास बैठिया सोहीऐ, सबना दा वेसाहो। सतनाम श्री वाहिगुरु साहिब जी। श्लोक महला पंजवा। उस्तत निंदा नानक जी, मैं आप मजाई छोड़िया। आप किस त्यागी, अपे साथ परावे डटे। तो पल्ले लैटे लागी, उस्तत निंदा नानक जी, मैं आप मजाई छोड़िया। आप केश त्यागी, अपे साथ परावे डटे। तो पल्ले लैटे लागी। वाहिगुरू जी का खालसा, वाहिगुरू जी की फतेह। जा हर जहूर हाजिर हजूर, सर्व कला भरपूर। पतत पावन भगत वशल अंतरजामी, दसां पातशाहियां दी जोत। धन श्री गुरु ग्रंथ साहिब जी महाराज, सतगुरां दी अपर अपार किरपा रहमत दा सदका, जगत गुरु जाहर पीर जगत गुर बाबा, धन धन श्री गुरु नानक देव साहिब जी महाराज, सतगुरां दे पावने अस्थान सचखंड दरबार गुरुद्वारा श्री बेर साहिब जी विखे अमृत वेले तो सजे हुए सुंदर दीवान दी हाजरी भर रही गुरु की साजी नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश कीते। सत संगत का अमोलक सुभागा समा गुरु की कृपा दे नाल प्राप्त होया है। लड़ीवार रूप विच अज दा पावन पवित्र उपदेश सतगुरु जी 963 ਅਤੇ 64 अंग ते बख्शिश कर रहे हैं। राम कली राग दी दूसरी वार 14वीं पौड़ी सलोकां दे सैत सतगुरु गरीब नवाज रहमत कर रहे हैं। इस पावन वार दियां सारियां 22 पौड़ियां हैं।
ਜਿਸ ਦੇ ਵਿੱਚੋਂ 13 ਪੌੜੀਆਂ ਦੀ ਵਿਚਾਰ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦਾ ਸਦਕਾ ਪਿਛੇ ਹੋਈ ਹੈ, ਜੋ 14ਵੀਂ ਪੌੜੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤੇ ਹਨ, ਜਿਸ ਦਾ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਉਸਤਤ ਨਿੰਦਾ ਨਾਨਕ ਜੀ, ਮੈਂ ਆਪ ਵਜਾਈ ਛੋੜਿਆ, ਆਪ ਕੇਸ਼ ਤਿਆਗੀ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਜਾਈ। ਇੱਥੇ ਹੀ ਇਹਦਾ ਵਿਸਰਾਮ ਲੱਗ ਜਾਂਦਾ ਇਸ ਪਾਵਨ ਪੰਕਤੀ ਦਾ, ਕਿ ਜਿਸ ਮੌਕੇ ਦੇ ਉੱਤੇ ਆਨੰਦ ਕਾਰਜ ਹੁੰਦਾ ਹੈ, ਵਿਆਹ ਹੁੰਦਾ ਹੈ, ਤਾਂ ਇਹ ਪਾਵਨ ਸ਼ਲੋਕ ਉਸ ਮੌਕੇ ਤੇ ਵੀ ਸੁਣਾਇਆ ਜਾਂਦਾ ਹੈ। ਔਰ ਇਹ ਲੜਕੀ ਵੱਲੋਂ, ਬੀਬੀ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਉਸ ਮੌਕੇ ਤੇ। ਸੋ ਉਸ ਲੜਕੀ ਨੂੰ ਸਿੱਖਿਆ ਦਿੰਦਿਆਂ ਹੋਇਆਂ ਇਹ ਪਾਵਨ ਸ਼ਲੋਕ ਗਾਇਨ ਕੀਤਾ ਜਾਂਦਾ ਹੈ, ਇਸ ਦਾ ਕੀਰਤਨ ਕੀਤਾ ਜਾਂਦਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ ਵਿਆਹ ਦੇ ਅਲੰਕਾਰ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਜਾਈ। ਕਿ ਹੇ ਪ੍ਰਭੂ ਜੀ, ਪਤੀ ਜੀ, ਮੈਂ ਉਸਤਤੀ ਵੀ ਔਰ ਨਿੰਦਿਆ ਵੀ, ਹੱਬ ਇਹ ਸਾਰੀ ਵੰਜਾਈ ਤਿਆਗ ਦਿੱਤੀ ਹੈ। ਉਸਤਤੀ ਕਰਨੀ, ਨਿੰਦਿਆ ਕਰਨੀ, ਇਹ ਸਾਰੀ ਮੈਂ ਵੰਜਾਈ ਤਿਆਗ ਦੇਣਾ ਕੀਤੀ ਹੈ। ਇਸ ਸਾਰੀ ਨੂੰ ਮੈਂ ਤਿਆਗ ਦਿੱਤਾ ਹੈ, ਕਿਉਂਕਿ ਇਹ ਦੋ ਹਨ, ਇੱਕ ਉਸਤਤੀ ਤੇ ਇੱਕ ਨਿੰਦਿਆ। ਤੇ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਸਮਝਾਇਆ ਕਿ ਭਾਈ ਉਸਤਤੀ ਕਰਨੀ ਹੈ ਤਾਂ ਪਰਮੇਸ਼ਰ ਦੀ ਕਰ। ਜਿਸ ਵਾਹਿਗੁਰੂ ਜੀ ਦੀ ਉਸਤਤੀ ਜਿੰਨੀ ਕਰੀਏ ਉਹ ਹੋਰ ਵੱਡਾ ਹੈ। ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹਦੀ ਉਸਤਤੀ ਜਿੰਨੀ ਮਰਜ਼ੀ ਕਰੀ ਜਾਈਏ, ਕਿਉਂਕਿ ਉਹ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਵੱਡੇ ਦੀਆਂ ਵਡਿਆਈਆਂ ਹੀ ਇੰਨੀਆਂ ਵਾ ਕਿ ਕਹਿਣ ਦੇ ਨਾਲ ਸਾਰੀਆਂ ਕਹੀਆਂ ਨਹੀਂ ਜਾਂਦੀਆਂ। ਉਸਤਤੀ ਕਰਨ ਦੇ ਨਾਲ ਸਾਰੀ ਉਸਤਤੀ ਪਰਮੇਸ਼ਰ ਦੀ ਹੋ ਨਹੀਂ ਸਕਦੀ। ਉਹ ਉਸਤਤੀ ਦੇ ਯੋਗ ਹੈ। ਫਿਰ ਪਰਮੇਸ਼ਰ ਦਾ ਸਰੂਪ ਸਤਿਗੁਰੂ ਜੀ ਉਸਤਤੀ ਕਰਨ ਦੇ ਯੋਗ ਹਨ। ਸਤਿਗੁਰੂ ਪਰਮੇਸ਼ਰ ਦਾ ਸਰੂਪ ਹਨ। ਸਤਿਗੁਰੂ ਜੀ ਦੀ ਉਸਤਤੀ ਕੀਤੀ ਜਾਵੇ। ਫਿਰ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਿਆਰੇ ਸਿੱਖ ਸੇਵਕ, ਗੁਰੂ ਕੀ ਆਗਿਆ ਵਿੱਚ ਚੱਲਣ ਵਾਲੇ, ਗੁਰੂ ਕੇ ਭਾਣੇ ਨੂੰ ਮੰਨਣ ਵਾਲੇ, ਉਹਨਾਂ ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ, ਸੰਤਾਂ ਭਗਤਾਂ ਦੀ ਵੀ, ਨਾਮ ਰਸੀਆਂ ਦੀ ਵੀ ਉਸਤਤੀ ਹੈ। ਪਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਸੰਸਾਰ ਦੀ ਜਿਹੜੀ ਐਵੇਂ ਫੋਕੀ ਉਸਤਤੀ ਕਰਨੀ ਹੈ, ਉਸਤਤੀ ਦਾ ਵੀ ਕੋਈ ਲਾਭ ਨਹੀਂ ਹੈ। ਤੇ ਨਿੰਦਿਆ ਘਟਾ ਕੇ ਕਹਿਣਾ, ਹੋਣੇ ਕਿਸੇ ਵਿੱਚ ਗੁਣ, ਦੱਸਣੇ ਔਗਣ, ਉਹਦਾ ਨਾਮ ਨਿੰਦਿਆ ਹੈ। ਹੋਣੇ ਕਿਸੇ ਵਿੱਚ ਔਗਣ ਤੇ ਉਹਦਾ
ਜਸ ਕਰਨਾ ਵੀ ਇਹਦੇ 'ਚ ਗੁਣ ਬਹੁਤੇ ਹਨ, ਉਹ ਫੋਕੀ ਉਸਤਤੀ ਹੈ। ਤਾਂ ਐਸੀ ਉਸਤਤੀ ਜਿਹੜੀ ਹੈ, ਮਹਾਰਾਜ ਕਹਿੰਦੇ ਉਹ ਉਸਤਤੀ ਵੀ ਤਿਆਗਣ ਯੋਗ ਹੈ ਤੇ ਉਹ ਨਿੰਦਿਆ ਵੀ ਤਿਆਗਣ ਯੋਗ। ਨਿੰਦਿਆ ਘਟਾ ਕੇ ਕਹਿਣਾ ਹੁੰਦਾ ਹੈ। ਇਹਦੀ ਵਿਆਖਿਆ ਮਹਾਂਪੁਰਖਾਂ ਨੇ ਕੀਤੀ ਹੈ, ਗੁਰਮੁਖਾਂ ਨੇ, ਕਿ ਫੁੱਲ ਨੂੰ ਕੰਡਾ ਕਹਿ ਦੇਣਾ ਉਹਦੀ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਕਹਿ ਦੇਣਾ ਉਸ ਦੀ ਉਸਤਤੀ ਹੈ। ਤੇ ਜੇ ਕੰਡੇ ਨੂੰ ਕੰਡਾ ਕਹਿ ਦਿੱਤਾ ਜਾਵੇ, ਉਹਦੀ ਨਾ ਨਿੰਦਿਆ ਹੈ ਤੇ ਨਾ ਉਸਤਤੀ ਹੈ। ਉਹ ਜਿਹੋ ਜਿਹਾ ਹੈ, ਕੰਡੇ ਨੂੰ ਕੰਡਾ ਕਹਿ ਦਈਏ ਤੇ ਉਸਤਤੀ ਨਿੰਦਿਆ ਨਹੀਂ ਹੈ। ਫੁੱਲ ਨੂੰ ਕੰਡਾ ਕਹਿਣਾ ਉਹਦੀ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਕਹਿਣਾ ਉਹਦੀ ਉਸਤਤੀ ਹੈ। ਇਸ ਕਰਕੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। ਮੈਂ ਉਸਤਤੀ ਕਰਨੀ ਵੀ ਸੰਸਾਰ ਦੀ ਤੇ ਨਿੰਦਿਆ ਕਰਨੀ ਵੀ ਸੰਸਾਰ ਦੀ, ਇਹ ਸਾਰੀ ਵੰਜਾਈ ਤਿਆਗ ਦਿੱਤੀ ਹੈ। ਛੋੜਿਆ ਹੱਬ ਕਿਛ ਤਿਆਗੀ। ਤੇ ਬਾਕੀ ਹੱਬ ਨਾਮ ਮੈਂ ਸਭ ਦਾ, ਜੋ ਸਭ ਕੁਝ ਹੈ, ਪਦਾਰਥ ਹਨ ਘਰ ਦੇ, ਉਹਨਾਂ ਸਾਰਿਆਂ ਨੂੰ ਵੀ ਮੈਂ ਤਿਆਗ ਛੋੜਿਆ, ਤਿਆਗ ਦਿੱਤਾ। ਤਿਆਗਣ ਯੋਗ ਜਾਣ ਕਰਕੇ ਉਹਨਾਂ ਸਾਰਿਆਂ ਨੂੰ ਤਿਆਗ ਦਿੱਤਾ ਹੈ। ਹੱਬੇ ਸਾਖ ਪੜਾਵੇ ਡਿਠੇ। ਹੱਬੇ ਸਾਕ, ਹੱਬੇ ਨਾਮ ਹੈ ਸਾਰਿਆਂ ਦਾ, ਸਭੇ। ਜਿਵੇਂ ਸਭ ਕਿਹਾ ਜਾਂਦਾ, ਇਸੇ ਪ੍ਰਕਾਰ ਹੱਬ ਦਾ ਅਰਥ ਵੀ ਸਭ ਹੈ। ਜਿਵੇਂ ਸਭੇ ਕਿਹਾ ਜਾਂਦਾ, ਇਸੇ ਤਰ੍ਹਾਂ ਹੱਬੇ। ਹੱਬੇ ਤੋਂ ਭਾਵ ਸਭੇ। ਸਭੇ ਸਾਰੇ ਜਿੰਨੇ ਸਾਕ ਹਨ, ਅੰਗ ਸਾਕ, ਰਿਸ਼ਤੇਦਾਰ, ਕੂੜ ਆਵੇ ਡਿੱਠੇ, ਇਹ ਸਾਰਿਆਂ ਨੂੰ ਝੂਠੇ ਵੇਖਿਆ, ਇਹ ਸਾਰੇ ਝੂਠੇ ਦਿਸੇ ਹਨ। ਇਹ ਇਸਤਰੀ ਨੂੰ, ਇਹ ਪਤਨੀ ਨੂੰ, ਲੜਕੀ ਨੂੰ, ਉਸ ਜਿਸ ਦਾ ਵਿਆਹ ਹੋਇਆ, ਉਹ ਬੇਨਤੀ ਕਰ ਰਹੀ ਹੈ ਵੀ ਮੈਂ ਸਾਰੇ ਸਾਕ ਜਿਹੜੇ ਆ ਵੀ ਮੇਰੇ ਨਾਲ ਤੋੜ ਨਿਭਣ ਵਾਲੇ ਨਹੀਂ, ਵੀ ਇੰਨਾ ਚਿਰ ਮੈਂ ਹੁਣ ਇਸ ਘਰ ਵਿੱਚ ਰਹਿ ਲਿਆ ਹੈ, ਪੇਕੇ ਘਰ ਵਿੱਚ, ਪਰ ਇਹ ਸਾਰੇ ਸਾਕਾਂ ਨੂੰ ਹੁਣ ਮੈਂ ਛੱਡ ਕੇ ਅੱਗੇ ਜਾ ਰਹੀ ਹਾਂ ਆਪਣੇ ਸਹੁਰੇ ਘਰ ਦੇ ਵਿੱਚ। ਇਸ ਕਰਕੇ ਇਹ ਸਾਰੇ ਹੀ ਜਿੰਨੇ ਰਿਸ਼ਤੇ ਆ ਮੈਨੂੰ ਝੂਠੇ ਪ੍ਰਤੀਤ ਹੋ ਰਹੇ। ਮਾਤਾ ਪਿਤਾ ਨੂੰ ਛੱਡ ਕੇ ਜਾ ਰਹੀ ਹਾਂ, ਭੈਣ ਭਰਾਵਾਂ ਨੂੰ ਛੱਡ ਕੇ ਜਾ ਰਹੀ ਹਾਂ, ਆਪਣੇ ਘਰ ਨੂੰ ਛੱਡ ਕੇ ਜਾ ਰਹੀ ਹਾਂ। ਹੱਬੇ ਸਾਕ ਕੂੜ ਆਵੇ ਡਿੱਠੇ, ਇਹ ਜਿੰਨੇ ਵੀ ਅੰਗ ਸਾਕ ਆਏ ਸਾਰੇ ਝੂਠੇ ਹੀ ਦਿਸੇ ਹਨ। ਤਾਉ ਪੱਲੇ ਤੇਡੇ ਲਾਗੀ। ਤਾਂ ਮੈਂ ਹੇ ਪਤੀ ਦੇਵ ਜੀ ਆਪ ਜੀ ਦੇ ਪੱਲੇ ਲੱਗੀ ਹਾਂ। ਜਦੋਂ ਆਪ ਜੀ ਦੇ ਮੈਂ ਪੱਲੇ ਲੱਗ ਗਈ, ਆਪ ਜੀ ਦਾ ਪੱਲਾ ਫੜ ਲਿਆ, ਆਪ ਜੀ ਦੇ ਨਾਲ ਲਾਵਾਂ ਲੈਣ ਵਾਸਤੇ, ਆਪ ਜੀ ਦੇ ਨਾਲ ਵਿਆਹ ਕਰਨ ਵਾਸਤੇ, ਪਰਿਕਰਮਾ ਕਰਨ ਵਾਸਤੇ, ਫੇਰੇ ਲੈਣ ਵਾਸਤੇ, ਜਦੋਂ ਲਾਵਾਂ ਲੈਣ ਵਾਸਤੇ ਮੈਂ ਪੱਲੇ ਲੱਗ ਗਈ ਨਾ, ਆਪ ਜੀ ਦਾ ਪੱਲਾ ਫੜ ਲਿਆ, ਤੇ ਫਿਰ ਮੈਨੂੰ ਪ੍ਰਤੀਤ ਹੋਇਆ ਕਿ ਬਾਕੀ ਜਿੰਨੇ ਸਾਕ ਹਨ ਇਹ ਕੂੜੇ ਹਨ, ਇਹ ਝੂਠੇ ਹਨ। ਜਦੋਂ ਤੋਂ ਆਪ ਜੀ ਦੇ ਪੱਲੇ ਲੱਗੀਆਂ, ਫਿਰ ਸਾਰੇ ਸਾਕ ਝੂਠੇ ਪ੍ਰਤੀਤ ਹੋਏ ਵੀ ਕੋਈ ਵੀ ਮੇਰੇ ਨਾਲ ਨਿਭਣ ਵਾਲਾ ਨਹੀਂ ਹੈ, ਤਾਂ ਮੈਂ ਆਪ ਜੀ ਦੇ ਪੱਲੇ ਲੱਗ ਗਈ ਹਾਂ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਹੈ ਇੱਕ ਪਤਨੀ ਵੱਲੋਂ ਆਪਣੇ ਪਤੀ ਦੇ ਅੱਗੇ ਜਿਵੇਂ ਬੇਨਤੀ ਕੀਤੀ ਗਈ, ਉਸ ਢੰਗ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ। ਤਾਂ ਪਤੀ ਹੈ ਅਸਲ ਵਿੱਚ ਪਰਮਾਤਮਾ, ਪਤਨੀ ਹੈ ਜੀਵ। ਜਿੰਨੇ ਜੀਵ ਹਨ, ਜੀਵ ਇਸਤਰੀਆਂ ਰੂਪੀ, ਤੇ ਪਰਮਾਤਮਾ ਪਤੀ ਹੈ। ਤਾਂ ਜੀਵ ਇਸਤਰੀ ਪਰਮਾਤਮਾ ਪਤੀ ਦੇ ਅੱਗੇ ਬੇਨਤੀ ਕਰਦੀ ਹੈ। ਇਸੇ ਤਰ੍ਹਾਂ ਇਸ ਸ਼ਲੋਕ ਵਿੱਚ ਇਹ ਦੂਸਰਾ ਭਾਵ ਰੱਖਿਆ ਹੈ। ਆਰੰਭ ਤੋਂ ਫੇਰ ਪੜ੍ਹਗੇ ਇਹੀ ਸ਼ਲੋਕ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ। ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ ਕਿ ਹੇ ਪ੍ਰਭੂ ਜੀ, ਮੈਂ ਇਹ ਉਸਤਤੀ ਤੇ ਨਿੰਦਿਆ ਸਾਰੀ ਤਿਆਗ ਦਿੱਤੀ ਹੈ, ਸਾਰੀ ਨੂੰ ਨਿਵਰਤ ਕਰ ਦਿੱਤਾ। ਸੰਸਾਰ ਦੀ ਜਿਹੜੀ ਉਸਤਤੀ ਕਰਨੀ ਹੈ, ਨਿੰਦਿਆ ਕਰਨੀ ਹੈ, ਇਹ ਸਭ ਤਿਆਗ ਦਿੱਤੀ ਹੈ।
ਜਿਸ ਵੇਲੇ ਸਾਧ ਸੰਗਤ ਜੀ ਇਸ ਮਾਰਗ ਦੇ ਉੱਤੇ, ਧਰਮ ਦੇ ਮਾਰਗ ਦੇ ਉੱਤੇ, ਸੱਚ ਦੇ ਮਾਰਗ ਦੇ ਉੱਤੇ, ਪ੍ਰਭੂ ਦੇ ਮਾਰਗ ਦੇ ਉੱਤੇ ਜੀਵ ਚੱਲਦਾ ਹੈ, ਤਾਂ ਉਸ ਦੇ ਰਾਹ ਦੇ ਵਿੱਚ ਅਨੇਕ ਪ੍ਰਕਾਰ ਦੀ ਰਸਤੇ ਦੇ ਵਿੱਚ ਇਹ ਸਫ਼ਰ ਤੈਅ ਕਰਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਔਖੀਆਂ ਘਾਟੀਆਂ ਆਉਂਦੀਆਂ। ਇਸ ਨੂੰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਇਸ ਮਾਰਗ ਨੂੰ ਖੰਡੇ ਨਾਲੋਂ ਤਿੱਖਾ, ਵਾਲ ਨਾਲੋਂ ਨਿੱਕਾ ਆਖਿਆ। ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਐਸੀ ਇਹ ਭਗਤਾਂ ਦੀ ਜਿਹੜੀ ਚਾਲ ਹੈ, ਜਿਸ ਨੂੰ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਇਸ ਨੂੰ ਬਿਖਮ ਮਾਰਗ ਆਖਿਆ। ਔਖਾ ਰਸਤਾ, ਔਖੀ ਘਾਟੀ, ਇੱਕ ਅਵ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਵਿਖਮ ਮਾਰਗ ਚੱਲਣਾ, ਇਹ ਵਿਖਮ ਮਾਰਗ ਕਿਉਂ ਹੈ, ਕਠਿਨ ਰਸਤਾ ਕਿਉਂ ਹੈ? ਇਹ ਜਿਹੜੇ ਇਸ ਮਾਰਗ ਦੇ ਪਾਂਧੀ ਹਨ ਉਹਨਾਂ ਵਾਸਤੇ ਕਠਿਨ ਰਸਤਾ ਹੈ, ਜਿਨ੍ਹਾਂ ਨੇ ਇਸ ਉੱਤੇ ਤੁਰਨਾ ਹੈ। ਇਸ ਮਾਰਗ ਦੇ ਉੱਤੇ ਚੱਲਣ ਵਾਲਿਆਂ ਦੀ ਮਹਾਰਾਜ ਨੇ ਆਖਿਆ ਭੀੜ ਵੀ ਬਹੁਤੀ ਨਹੀਂ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੀ ਜਿਹੜੇ ਰਸਤੇ ਤੇ ਪੰਡਤ ਤੁਰੇ ਆ, ਜਿਹੜੇ ਰਸਤੇ ਤੇ ਪੰਡਤ ਤੋਰਦੇ ਆ ਸੰਸਾਰ ਨੂੰ, ਉਸ ਰਾਹ ਦੇ ਉੱਤੇ ਭੀੜਾਂ ਲੱਗੀਆਂ ਹੋਈਆਂ ਲੋਕਾਂ ਦੀਆਂ। ਪਰ ਜਿਹੜੇ ਰਸਤੇ ਦੇ ਉੱਤੇ ਭਗਤ ਜੀ ਕਹਿੰਦੇ ਮੈਂ ਤੁਰ ਰਿਹਾ ਵਾਂ, ਉਸ ਰਸਤੇ ਦੇ ਉੱਤੇ ਭੀੜ ਨਹੀਂ ਹੈ ਦੁਨੀਆ। ਕਬੀਰ ਜਿਹ ਮਾਰਗ ਪੰਡਤ ਗਏ, ਪਾਸ਼ੈ ਪਰੀ ਬਹੀਰ, ਇੱਕ ਅਵ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਹਿੰਦੇ ਜਿੱਧਰ ਪੰਡਤ ਗਏ ਆ, ਬ੍ਰਾਹਮਣ ਗਏ, ਉਧਰ ਤਾਂ ਵਹੀਰਾਂ ਘੱਤ ਕੇ ਲੋਕ ਚੱਲ ਪਏ, ਕਿਉਂਕਿ ਉਹ ਰਸਤਾ ਸੌਖਾ ਹੈ, ਉਹ ਰਸਤਾ ਖਾਣ ਪੀਣ ਵਾਲਾ ਹੀ ਹੈ, ਉਹ ਰਸਤਾ ਸੌਖਾ ਹੈ। ਪਰ ਕਹਿੰਦੇ ਵੀ ਜਿਸ ਮਾਰਗ ਤੇ ਮੈਂ ਚੱਲ ਰਿਹਾ ਹਾਂ ਇਹਦੇ ਤੇ ਕਹਿੰਦੇ ਵੀ ਇੱਕੋ ਕਬੀਰ ਹੀ ਚੱਲ ਰਿਹਾ ਹੈ, ਵੀ ਇਹਦੇ ਤੇ ਬਹੁਤੀ ਜ਼ਿਆਦੀਆਂ ਭੀੜਾਂ ਨਹੀਂ ਹਨ। ਤੋ ਜੋ ਭਗਤਾਂ ਦੀ ਇਹ ਚਾਲ ਹੈ, ਭਗਤਾਂ ਦਾ ਜੀਵਨ ਜਿਉਣ ਦਾ ਢੰਗ ਹੈ, ਉਹ ਮਹਾਰਾਜ ਕਹਿੰਦੇ ਸੰਸਾਰ ਨਾਲੋਂ ਨਿਆਰਾ ਹੈ, ਸੰਸਾਰ ਨਾਲੋਂ ਵੱਖਰਾ ਹੈ। ਤੇ ਜਦੋਂ ਕੋਈ ਇਹ ਸੱਚਾਈ ਦੇ ਮਾਰਗ ਤੇ ਚੱਲਦਾ ਹੈ, ਪ੍ਰਭੂ ਦੇ ਰਸਤੇ ਤੇ ਚੱਲਦਾ ਹੈ, ਤੇ ਰਸਤੇ ਦੇ ਵਿੱਚ ਉਹਨੂੰ ਮਾਣ ਸਨਮਾਨ ਵੀ ਮਿਲਦਾ ਹੈ, ਉਹਨੂੰ ਔਖੀ ਘਾਟੀ ਵੀ ਪ੍ਰਾਪਤ ਹੁੰਦੀ ਹੈ। ਇਸੇ ਨੂੰ ਆਖਿਆ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਇਹ ਬਿਖਮ ਮਾਰਗ ਕਿਉਂ ਹੈ, ਔਖਾ ਰਸਤਾ ਕਿਉਂ ਹੈ? ਤੇ ਅੱਗੇ ਸਤਿਗੁਰੂ ਜੀ ਕਹਿੰਦੇ ਆ ਵੀ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਵੀ ਇਸ ਰਸਤੇ ਵਿੱਚ ਲੱਭ ਛੱਡਣਾ ਪੈਂਦਾ, ਖਾਣ ਦਾ ਲਾਲਚ। ਇਸ ਰਸਤੇ ਦੇ ਵਿੱਚ ਲੋਭ ਛੱਡਣਾ ਪੈਂਦਾ ਹੈ, ਜੋੜਨ ਦਾ ਲਾਲਚ। ਇਸ ਰਸਤੇ ਵਿੱਚ ਹੰਕਾਰ ਛੱਡਣਾ ਪੈਂਦਾ, ਇਸ ਰਸਤੇ ਵਿੱਚ ਪਦਾਰਥਾਂ ਦੀ ਤ੍ਰਿਸ਼ਨਾ ਤਿਆਗਣੀ ਪੈਂਦੀ ਹੈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਤੇ ਇਸ ਰਸਤੇ ਤੇ ਬਹੁਤਾ ਬੋਲਿਆ ਵੀ ਨਹੀਂ ਜਾਂਦਾ ਹੈ, ਬਹੁਤਾ ਬੋਲਣਾ ਵੀ ਛੱਡਣਾ ਪੈਂਦਾ। ਮਹਾਰਾਜ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਇਸ ਰਸਤੇ ਤੇ ਚੱਲਦਿਆਂ ਬਹੁਤਾ ਬੋਲਿਆ ਵੀ ਨਹੀਂ ਜਾਂਦਾ, ਬਹੁਤ ਨਾ ਹੀ ਬੋਲਣਾ। ਫਿਰ ਜਾ ਕੇ ਆਖਿਆ ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਤੇ ਇਸ ਰਸਤੇ ਵਿੱਚ ਜਿੱਥੇ ਹੋਰ ਅਨੇਕ ਤਰ੍ਹਾਂ ਦੀਆਂ ਔਖੀਆਂ ਘਾਟੀਆਂ ਆਉਂਦੀਆਂ, ਉੱਥੇ ਦੋ ਇਹ ਵੀ ਘਾਟੀਆਂ ਆਉਂਦੀਆਂ ਇਸ ਰਾਹ ਵਿੱਚ, ਇੱਕ ਉਸਤਤੀ ਦੀ, ਇੱਕ ਨਿੰਦਿਆ ਦੀ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ ਪ੍ਰਮਾਤਮਾ ਪਤੀ ਦੇ ਅੱਗੇ ਕਿ ਹੇ ਪ੍ਰਭੂ ਪਤੀ ਜੀ, ਜਦੋਂ ਤੋਂ ਆਪ ਜੀ ਦੇ ਲੜ ਲੱਗੀ, ਆਪ ਜੀ ਦੇ ਪੱਲੇ ਲੱਗੀ, ਆਪ ਜੀ ਦੀ ਸ਼ਰਨ ਵਿੱਚ ਆਪ ਜੀ ਦੀ ਸਿੱਖੀ ਰੂਪੀ ਪੱਲਾ ਫੜਿਆ ਹੈ, ਆਪ ਜੀ ਦਾ ਨਾਮ ਰੂਪੀ ਪੱਲਾ ਫੜਿਆ ਹੈ, ਆਪ ਜੀ ਦੀ ਸ਼ਰਨ ਰੂਪੀ ਪੱਲਾ ਫੜਿਆ ਹੈ, ਉਦੋਂ ਤੋਂ ਪਤਾ ਲੱਗਾ ਹੈ ਵੀ ਇਹ ਸੰਸਾਰ ਤਾਂ ਨਾਸਵਾਨ ਹੈ, ਸੰਸਾਰ ਦੇ ਪਦਾਰਥ ਨਾਸਵਾਨ ਹੈ। ਇਸ ਕਰਕੇ ਇਹ ਸੰਸਾਰ ਦੀ ਉਸਤਤੀ ਤੇ ਨਿੰਦਿਆ ਦੇ ਵਿੱਚ ਕਿਉਂ ਫਸਣਾ? ਉਸਤਤ ਨਿੰਦਾ ਇਹਨਾਂ ਦੋਨਾਂ ਦਾ ਤਿਆਗ ਕੀਤਾ।
ਵੀ ਹੁਣ ਨਾ ਕਿਸੇ ਦੀ ਫੋਕੀ ਉਸਤਤੀ ਕੀਤੀ ਜਾਂਦੀ ਹੈ ਤੇ ਨਾ ਕਿਸੇ ਦੀ ਨਿੰਦਿਆ ਕੀਤੀ ਜਾਂਦੀ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। हे प्रभु जी, परमात्मा पति जी, ये मैं सब वंजाई त्याग देती है। उस्तति निंदिया सारी नू मैं तोड़ देता है, त्याग देता। क्योंकि उस्तति जां ते बंदा किहे दी उस्तति करता है कि किहे दी फोकी उस्तति करांगे ते ਉਹਦੇ ਨਾਲ ਕੋਈ ਨਾ ਕੋਈ ਸਾਨੂੰ ਲਾਭ ਮਿਲੇਗਾ, ਜਾਂ ਆਪਣੀ ਉਸਤਤੀ ਕਰਾਉਣ ਦੀ ਇੱਛਾ ਹੁੰਦੀ ਹੈ ਵੀ ਮੇਰੀ ਉਸਤਤੀ ਹੋਵੇ, ਜਾਂ ਨਿੰਦਿਆ ਕਰਦਾ ਹੈ ਦੂਸਰੇ ਦੀ, ਤੇ ਜਾਂ ਫਿਰ ਇਸੇ ਪ੍ਰਕਾਰ ਆਪਣੀ ਨਿੰਦਿਆ ਸੁਣ ਕਰਕੇ ਘਬਰਾਉਂਦਾ ਹੈ ਕਿ ਮੇਰੀ ਨਿੰਦਿਆ ਦੂਸਰਾ ਕਰ ਰਿਹਾ। ਪਰ ਜੋ ਇਹ ਮਾਰਗ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਉਸਤਤੀ ਤੇ ਨਿੰਦਿਆ ਦੋਵੇਂ ਤਿਆਗਣੇ ਪੈਂਦੇ। ਉਸਤਤੀ ਤੇ ਨਿੰਦਿਆ ਦੋਵੇਂ ਬਰਾਬਰ। ਕੱਲੀ ਨਿੰਦਿਆ ਦਾ ਤਿਆਗ ਕਰਨਾ ਨਹੀਂ ਗੁਰੂ ਸਾਹਿਬ ਜੀ ਨੇ ਆਖਿਆ, ਉਸਤਤੀ ਦਾ ਵੀ ਤਿਆਗ ਕਰਨਾ ਆਖਿਆ ਹੈ। ਆਖਿਆ ਉਨਾ ਹੀ ਬਰਾਬਰ ਦਾ ਹੀ ਇਹ ਪਾਪ ਹੈ ਜਿੰਨੀ ਕਿਸੇ ਦੀ ਨਿੰਦਿਆ ਕਰਨ ਦਾ ਪਾਪ ਹੈ, ਦੋਸ਼ ਹੈ, ਇੰਨਾ ਹੀ ਕਿਸੇ ਦੀ ਫੋਕੀ ਉਸਤਤੀ ਕਰਨ ਦਾ ਦੋਸ਼ ਹੈ। ਤਾਂ ਇਹ ਦੋਨਾਂ ਨੂੰ ਤਿਆਗਣ ਵਾਸਤੇ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। ਸਤਿਗੁਰੂ ਨਾਵੇਂ ਪਾਤਸ਼ਾਹ ਵੀ ਕਹਿੰਦੇ ਹਨ, ਗਰੀਬ ਨਵਾਜ ਦੇ ਪਹਿਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ ਗੌੜੀ ਰਾਗ ਦੇ ਅੰਦਰ। ਸਤਿਗੁਰੂ ਕਹਿੰਦੇ ਭਾਈ ਇਹਨਾਂ ਦੋਨਾਂ ਨੂੰ ਤਿਆਗੋ, ਉਸਤਤੀ ਕਰਨੀ ਵੀ ਤਿਆਗੋ, ਨਿੰਦਿਆ ਕਰਨੀ ਵੀ ਤਿਆਗੋ। ਐਵੇਂ ਹਰ ਇੱਕ ਦੀ ਉਸਤਤੀ ਕਰਨ ਨਾਲ ਕੋਈ ਲਾਭ ਨਹੀਂ ਪ੍ਰਾਪਤ ਹੋਵੇਗਾ। ਉਸਤਤੀ ਨਾਮ ਦੀ ਕਰੀਏ, ਉਸਤਤੀ ਗੁਰੂ ਦੀ ਕਰੀਏ, ਉਸਤਤੀ ਪਰਮੇਸ਼ਰ ਦੀ ਕਰੀਏ, ਉਸਤਤੀ ਗੁਰੂ ਕੇ ਪਿਆਰਿਆਂ ਦੀ ਕਰੀਏ। ਹਰੇਕ ਦੀ ਸੰਸਾਰ ਦੀ ਉਸਤਤੀ ਕਰਨ ਦੇ ਨਾਲ ਮਹਾਰਾਜ ਕਹਿੰਦੇ ਕੋਈ ਲਾਭ ਨਹੀਂ ਮਿਲਣ ਵਾਲਾ, ਤੇ ਨਿੰਦਿਆ ਕਰਨੀ ਵੀ ਤਿਆਗੀ। ਇਹਨਾਂ ਦੋਨਾਂ ਦਾ ਤਿਆਗ ਗਰੀਬ ਨਵਾਜ ਸਾਹਿਬ ਜੀ ਨੇ ਕਰਵਾਇਆ। ਸਤਿਗੁਰੂ ਨਾਵੇਂ ਪਾਤਸ਼ਾਹ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ, 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 ਉਸਤਤ ਨਿੰਦਾ ਦੋ ਤਿਆਗੈ। ਖੋਜੈ ਪਦ ਨਿਰਵਾਨਾ, ਖੋਜੈ ਪਦ ਨਿਰਵਾਨਾ, ਖੋਜੈ ਪਦ ਨਿਰਵਾਨਾ, ਖੋਜੈ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਜਨ ਨਾਨਕ ਇਹੋ ਖੇਲ ਕਠਨ ਹੈ, ਜਨ ਨਾਨਕ ਇਹੋ ਖੇਲ ਕਠਨ ਹੈ, ਜਨ ਨਾਨਕ ਇਹੋ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ, ਕਿਨਹੂ ਗੁਰਮੁਖ ਜਾਨਾ, ਗੁਰਮੁਖ ਜਾਨਾ, ਕਿਨਹੂ ਗੁਰਮੁਖ ਜਾਨਾ। ਪਰ ਮਹਾਰਾਜ ਕਹਿੰਦੇ ਵੀ ਇਹ ਔਖਾ ਖੇਲ ਆ ਭਾਈ, ਇਹ ਕਠਨ ਖੇਲ ਹੈ ਉਸਤਤੀ ਤੇ ਨਿੰਦਿਆ ਤਿਆਗਣਾ। ਜੀਵ ਤਾਂ ਸਾਰਾ ਸਾਰਾ ਦਿਨ ਜਾਂ ਕਿਸੇ ਦੀ ਉਸਤਤੀ ਵਿੱਚ ਹੀ ਲੀਨ ਰਹਿੰਦਾ ਹੈ ਜਾਂ ਨਿੰਦਿਆ ਵਿੱਚ ਲੀਨ ਰਹਿੰਦਾ। ਇਹ ਕਠਨ ਖੇਲ ਹੈ। ਫਿਰ ਮਹਾਰਾਜ ਉਸਤਤੀ ਕਿਹਦੀ ਕਰੀਏ? ਸਤਿਗੁਰੂ ਕਹਿੰਦੇ ਗੁਰੂ ਦੀ ਕਰ ਉਸਤਤੀ, ਪਰਮੇਸ਼ਰ ਦੀ ਕਰ ਭਾਈ ਉਸਤਤੀ। ਦੁਨੀਆ ਨਾ ਸਾ ਲਾਹੇ ਜੋ ਮਰ ਵੰਨਸੀ, ਦੁਨੀਆ ਦੀ ਸਿਫਤ ਸਲਾਹ ਕੀ ਕਰਨੀ ਹੈ? ਦੁਨੀਆ ਤੇ ਮਰ ਮਰ ਕੇ ਚਲੇ ਜਾਣ ਵਾਲੀ ਹੈ। ਦੁਨੀਆ ਨਾ ਸਾ ਲਾਹੇ ਜੋ ਮਰ ਵੰਨਸੀ, ਲੋਕਾ ਨਾ ਸਾ ਲਾਹੇ ਜੋ ਮਰ ਖਾਕ ਥੀ। ਲੋਕਾਂ ਦੀ ਸਿਫਤ ਕੀ ਕਰਨੀ ਜਿਹੜੇ ਮਰ ਕੇ ਖਾਕ ਹੋ ਜਾਣ ਵਾਲੇ। ਫਿਰ ਮਹਾਰਾਜ ਕਿਹਦੀ ਕਰੀਏ ਉਸਤਤੀ? ਤੇ ਸਤਿਗੁਰੂ ਕਹਿੰਦੇ ਵਾਹੋ ਮੇਰੇ ਸਾਹਿਬਾ ਵਾਹੋ, ਕਹਿ ਕੇ ਮੇਰੇ ਮਾਲਕਾ ਤੂੰ ਵਾਹੋ, ਤੂੰ ਧਨ ਹੈ। हे ਪ੍ਰਭੂ ਤੂੰ ਧਨ ਹੈ, ਤੂੰ ਅਸਚਰਜ ਹੈ, ਤੂੰ ਵਿਸਮਾਦ ਹੈ। ਵਾਹਿਗੁਰੂ ਦੀ ਉਸਤਤੀ ਕਰ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਾਲਾਹੀਐ ਸੱਚਾ ਵੇ ਪ੍ਰਵਾਹ।
ਗੁਰਮੁਖ ਸਦਾ ਵਾਸਤੇ ਸਲਾਉਂਦੇ ਆ ਸੱਚੇ ਨੂੰ ਤੇ ਬੇਪਰਵਾਹ ਉਸ ਨੂੰ ਸਲਾਉਂਦੇ ਆ ਜਿਸ ਨੂੰ ਕਿਸੇ ਦੀ ਪ੍ਰਵਾਹ ਕੋਈ ਨਹੀਂ। ਉਹਨੂੰ ਇਹ ਵੀ ਪ੍ਰਵਾਹ ਨਹੀਂ ਵੀ ਕੋਈ ਮੇਰੀ ਉਸਤਤੀ ਕਰੇ ਤੇ ਕੋਈ ਮੇਰੀ ਨਿੰਦਿਆ ਕਰੇ। ਉਹ ਨਾ ਉਸਤਤੀ ਸੁਣ ਕੇ ਹੀ ਪ੍ਰਫੁੱਲਤ ਹੁੰਦਾ ਹੈ ਤੇ ਨਾ ਨਿੰਦਿਆ ਸੁਣ ਕੇ ਹੀ ਘਬਰਾਉਂਦਾ ਹੈ। ਪਰਮਾਤਮਾ ਨੂੰ ਤੇ ਆਪਣੇ ਨਾਮ ਜਪਾਉਣ ਦੀ ਵੀ ਇੱਛਾ ਨਹੀਂ ਹੈ। ਉਹਨੂੰ ਇਹ ਵੀ ਨਹੀਂ ਵੀ ਕੋਈ ਮੈਨੂੰ ਵੱਡਾ ਆਖੇ, ਕਿਉਂਕਿ ਗਰੀਬ ਨਵਾਜ ਨੇ ਆਖਿਆ ਉਹ ਕਿਸੇ ਦੇ ਆਖਿਆਂ ਵੱਡਾ ਨਹੀਂ ਹੁੰਦਾ। ਕਿਸੇ ਦੇ ਨਿੰਦਿਆ ਕੀਤਿਆਂ ਉਹਦਾ ਘਟਦਾ ਕੁਝ ਨਹੀਂ ਹੈ। ਜੇ ਕਿਸੇ ਦੇ ਵੱਡਾ ਕੀਤਿਆਂ ਉਹ ਵੱਡਾ ਹੋਵੇ ਤੇ ਕਿਸੇ ਦੇ ਨਿੰਦਿਆ ਕੀਤਿਆਂ ਉਹਦਾ ਕੁਝ ਘਟਦਾ ਹੋਵੇ ਤੇ ਫਿਰ ਉਹ ਪ੍ਰਮਾਤਮਾ ਨਹੀਂ ਹੈ, ਫਿਰ ਉਹ ਪਰਮੇਸ਼ਰ ਨਹੀਂ ਹੈ, ਫਿਰ ਉਹ ਇਨਸਾਨ ਹੋਵੇਗਾ। ਇਨਸਾਨ ਹੈ ਜਿਹੜਾ ਕਿਸੇ ਦੇ ਅਧੀਨ ਹੈ, ਜਿਹੜਾ ਕਿਸੇ ਦੇ ਆਖਿਆਂ ਇਹ ਸਮਝਦਾ ਵੀ ਮੈਂ ਹੁਣ ਵੱਡਾ ਹੋ ਗਿਆ। ਕਿਸੇ ਨੇ ਨਿੰਦਿਆ ਕਰ ਦਿੱਤੀ ਸਮਝਦਾ ਮੇਰਾ ਘਟ ਗਿਆ ਹੈ ਕੁਝ। ਪਰ ਪਰਮਾਤਮਾ ਕਿਸੇ ਦੇ ਵੱਡਾ ਕੀਤਿਆਂ ਵੱਡਾ ਨਹੀਂ ਹੁੰਦਾ ਤੇ ਕਿਸੇ ਦੇ ਨਾਂ ਜਪਣ ਦੇ ਨਾਲ ਉਹਦਾ ਘਟਦਾ ਕੁਝ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਕਿਸੇ ਦੇ ਨਾਮ ਜਪਿਆ ਉਹ ਵੱਡਾ ਹੁੰਦਾ ਹੈ ਤੇ ਨਾ ਕਿਸੇ ਦੇ ਨਿੰਦਿਆ ਕੀਤਿਆਂ ਉਹ ਨਿੱਕਾ ਹੁੰਦਾ ਹੈ। ਉਹ ਜਿੱਡਾ ਵੱਡਾ ਹੈ ਉਹ ਹੈ, ਉਹਨੇ ਓਡਾ ਹੀ ਰਹਿਣਾ ਹੈ। ਹਾਂ, ਜਿਹੜਾ ਉਸ ਨੂੰ ਵੱਡਾ ਕਹਿੰਦਾ ਵਾ ਉਹ ਆਪ ਵੱਡਾ ਹੋ ਜਾਂਦਾ। ਜਿਹੜਾ ਉਸ ਨੂੰ ਮਾੜਾ ਕਹਿੰਦਾ ਉਹਦੀ ਨਿੰਦਿਆ ਕਰਦਾ ਹੈ ਉਹ ਆਪ ਛੋਟਾ ਹੋ ਜਾਂਦਾ। ਜਿਹੜਾ ਪਰਮੇਸ਼ਰ ਨੂੰ ਚੇਤੇ ਕਰਦਾ ਵਾ, ਚੇਤੇ ਕਰਨ ਵਾਲੇ ਭਗਤ ਬਣ ਜਾਂਦੇ, ਸੰਤ ਬਣ ਜਾਂਦੇ, ਗੁਰਮੁਖ ਬਣ ਜਾਂਦੇ। ਜਿਹੜੇ ਪਰਮੇਸ਼ਰ ਨੂੰ ਭੁਲਾ ਦਿੰਦੇ ਆ ਤੇ ਮਹਾਰਾਜ ਕਹਿੰਦੇ ਉਹ ਸਦਾ ਖੁਆਰ ਹੁੰਦੇ ਆ। ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਉਹਦਾ ਸਿਮਰਨ ਛੱਡ ਕੇ ਉਹਦਾ ਨਹੀਂ ਕੁਝ ਵੀ ਘਟਦਾ ਤੇ ਜਿਹੜਾ ਉਸ ਨੂੰ ਚੇਤੇ ਨਹੀਂ ਕਰਦਾ ਉਹ ਸੱਪ ਵਰਗਾ ਜੀਵਨ ਹੋ ਜਾਂਦਾ ਹੈ। ਜਿਵੇਂ ਸੱਪ ਵਿੱਚ ਜ਼ਹਿਰ ਭਰ ਜਾਂਦੀ ਹੈ ਇਸ ਤਰ੍ਹਾਂ ਵਿਕਾਰਾਂ ਦੀ, ਔਗਣਾਂ ਦੀ, ਪਾਪਾਂ ਦੀ ਜ਼ਹਿਰ ਉਸ ਜੀਵਨ ਵਿੱਚ ਭਰ ਜਾਂਦੀ ਹੈ। ਗਰੀਬ ਨਵਾਜ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ। ਭਾਵੇਂ 9 ਖੰਡਾਂ ਦੀ ਧਰਤੀ ਸਾਰੀ ਦਾ ਰਾਜ ਕਮਾ ਲਵੇ ਅੰਤ ਨੂੰ ਹਾਰ ਕੇ ਜਾਂਦਾ ਹੈ, ਜਿੱਤ ਕੇ ਨਹੀਂ ਜਾਂਦਾ। ਸੰਸਾਰ ਦੀ ਦ੍ਰਿਸ਼ਟੀ ਵਿੱਚ ਤਾਂ ਉਹ ਜਿੱਤਿਆ ਹੋਵੇਗਾ। ਸੰਸਾਰ ਤੇ ਆਖੇਗਾ ਵੀ ਏਡਾ ਵੱਡਾ ਰਾਜਾ। ਸੰਸਾਰ ਦੇ ਵਿੱਚ ਤਾਂ ਕੋਈ ਇੱਕ ਪਿੰਡ ਵਿੱਚ ਧਨਾੜ ਹੋਵੇ, ਇੱਕ ਸ਼ਹਿਰ ਵਿੱਚ ਧਨਾੜ ਹੋਵੇ, ਇੱਕ ਇਲਾਕੇ ਵਿੱਚ ਧਨਾੜ ਹੋਵੇ ਤੇ ਉਹਨੂੰ ਹੀ ਕਹਿੰਦੇ ਆ ਵੀ ਇਹਨੇ ਜੀਵਨ ਦੀ ਬਾਜੀ ਜਿੱਤ ਲਈ। ਸੰਸਾਰ ਤਾਂ ਇਸ ਤਰ੍ਹਾਂ ਜੀਵਨ ਦੀ ਬਾਜੀ ਜਿੱਤਣ ਵਾਸਤੇ ਕਹਿੰਦਾ ਹੈ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ ਕਿ ਕੋਈ ਸਾਰੀ ਧਰਤੀ ਦਾ ਰਾਜਾ ਬਣ ਜਾਵੇ, ਜੇ ਪਰਮੇਸ਼ਰ ਨੂੰ ਉਹਨੇ ਚੇਤੇ ਨਹੀਂ ਕੀਤਾ ਤੇ ਰਾਜ ਭਾਗ ਕਰਦਿਆਂ ਵੀ ਉਹ ਜੀਵਨ ਦੀ ਬਾਜੀ ਹਾਰ ਕੇ ਗਿਆ। 9 ਖੰਡਾਂ ਦੀ ਧਰਤੀ ਸਾਰੀ ਦਾ ਰਾਜ ਭਾਵੇਂ ਕਰਦਾ ਹੋਵੇ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ। ਅੰਤ ਨੂੰ ਹਾਰ ਕੇ ਜਾਵੇਗਾ ਜੇ ਨਹੀਂ ਪਰਮੇਸ਼ਰ ਨੂੰ ਚੇਤੇ ਕਰਦਾ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਉਪਦੇਸ਼ ਬਖਸ਼ਿਆ ਕਿ ਜੀਵ ਰੂਪ ਇਸਤਰੀ ਪਰਮਾਤਮਾ ਪਤੀ ਦੇ ਲੜ ਲੱਗੀ ਹੋਈ ਹੈ, ਬੇਨਤੀ ਕਰਦੀ ਹੈ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। हे ਪ੍ਰਭੂ ਜੀ, ਪ੍ਰਮਾਤਮਾ ਪਤੀ ਜੀ, ਮੈਂ ਉਸਤਤੀ ਵੀ ਤਿਆਗ ਦਿੱਤੀ ਤੇ ਨਿੰਦਿਆ ਵੀ ਤਿਆਗ ਦਿੱਤੀ। ਹੱਬ ਇਹ ਸਾਰੇ ਜਿਹੜੇ ਔਗਣ ਦੋਸ਼ ਹਨ ਇਹਨਾਂ ਨੂੰ ਮੈਂ ਤਿਆਗ ਦਿੱਤਾ ਹੈ। ਛੋੜਿਆ ਆਪ ਕੇਸ਼ ਤਿਆਗੀ। ਛੋੜਿਆ ਹੱਬ ਕਿਜ ਤਿਆਗੀ। ਇਹ ਤਿਆਗੀ ਤਿਆਗਣੇ ਯੋਗ ਜਾਣ ਕਰਕੇ ਹੱਬ ਕਿਜ, ਹੱਬ ਭਾਵ ਸਭ ਕੁਝ ਜਿੰਨਾ ਵੀ ਕੁਝ ਸੀ ਨਾ। ਸੋ ਜਿਵੇਂ ਇੱਕ ਲੜਕੀ ਉਹ ਆਪਣੇ ਪੇਕੇ ਘਰ ਤੋਂ ਜਦੋਂ ਸਹੁਰੇ ਘਰ ਨੂੰ ਜਾਂਦੀ ਹੈ ਤੇ ਪੇਕੇ ਘਰ ਦਾ ਸਭ ਕੁਝ ਉੱਥੇ ਘਰ ਵੀ ਛੱਡ ਆਉਂਦੀ ਹੈ, ਸੰਬੰਧੀ ਵੀ ਛੱਡ ਆਉਂਦੀ ਹੈ, ਸਭ ਸਾਜੋ ਸਮਾਨ, ਗੁੱਡੀਆਂ ਪਟੋਲੇ ਸਭ ਕੁਝ ਉੱਥੇ ਉਹਦੇ ਛੱਡੇ ਜਾਂਦੇ। ਉਹ ਇਕੱਲੀ ਜਾਂਦੀ ਹੈ ਆਪਣੇ ਸਹੁਰੇ ਘਰ ਨੂੰ। ਇਸੇ ਤਰ੍ਹਾਂ ਹੀ ਇਹ ਮਾਤ ਲੋਕ ਨੂੰ ਪੇਕਾ ਘਰ ਆਖਿਆ ਹੈ ਤੇ ਪਰਲੋਕ ਨੂੰ ਸਹੁਰਾ ਘਰ ਆਖਿਆ। ਜਿੰਨੇ ਜੀਵ ਆ ਇਸ ਨੂੰ ਇਹ ਕੁਆਰੀ ਲੜਕੀ ਦੀ ਤਰ੍ਹਾਂ ਆਖਿਆ।
ਤੇ ਪ੍ਰਮਾਤਮਾ ਨੂੰ ਪਤੀ ਆਖਿਆ ਏ ਤੇ ਮੌਤ ਨੂੰ ਵੀ ਬਾਣੀ ਦੇ ਅੰਦਰ ਪਤੀ ਆਖਿਆ ਕਿ ਜਦੋਂ ਮੌਤ ਰੂਪੀ ਲਾੜੇ ਨੇ ਆਉਣਾ ਹੈ ਨਾ, ਇਹ ਜੀਵ ਰੂਪ ਇਸਤਰੀ ਨੂੰ ਇੱਥੋਂ ਲੈ ਜਾਣਾ ਹੈ ਲੋਕ ਤੋਂ ਪਰਲੋਕ ਵੱਲ। ਇਸ ਜਿੰਦ ਨੂੰ ਸਭ ਕੁਝ ਇੱਥੇ ਛੱਡ ਕੇ ਆ ਮਾਤ ਲੋਕ ਰੂਪੀ ਪੇਕਾ ਘਰ ਛੱਡ ਕੇ ਪਰਲੋਕ ਨੂੰ ਜਾਣਾ ਪੈਣਾ। ਤੇ ਸਤਿਗੁਰੂ ਕਹਿੰਦੇ ਛੱਡ ਕੇ ਤਾਂ ਜਾਣਾ, ਇਸ ਕਰਕੇ ਤੂੰ ਪਹਿਲਾਂ ਹੀ ਗੁਰੂ ਦਾ ਉਪਦੇਸ਼ ਲੈ ਕਰਕੇ ਤੇ ਆਪਣੇ ਹਿਰਦੇ ਦੇ ਵਿੱਚੋਂ ਪਹਿਲਾਂ ਹੀ ਇਹਦਾ ਤਿਆਗ ਕਰ ਦੇ। ਤੂੰ ਇਸ ਤਰ੍ਹਾਂ ਇਹਦੇ ਵਿੱਚ ਰਹਿ ਵੀ ਇਹ ਮੇਰਾ ਹੈ ਹੀ ਨਹੀਂ, ਪਰਿਵਾਰ ਵਿੱਚ ਰਹਿ ਪਰ ਸਮਝ ਵੀ ਪਰਿਵਾਰ ਮੇਰਾ ਹੈ ਹੀ ਨਹੀਂ, ਘਰ ਵਿੱਚ ਰਹਿ ਪਰ ਇਹ ਗੱਲ ਚੇਤੇ ਰੱਖ ਵੀ ਇੱਕ ਦਿਨ ਘਰ ਛੱਡਣੇ ਰਹੇ ਨਾ ਕੋਈ, ਇਹ ਘਰ ਛੱਡ ਕੇ ਜਾਣਾ ਇੱਕ ਦਿਨ। ਭਾਵੇਂ ਕੋਈ ਮੰਨੇ ਭਾਵੇਂ ਇਸ ਗੱਲ ਨੂੰ ਨਾ ਮੰਨੇ ਆਪਣੇ ਹਿਰਦੇ ਵਿੱਚ, ਪਰ ਛੱਡ ਤਾਂ ਸਾਰਿਆਂ ਨੇ ਹੀ ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਜਾ ਬਾਜ਼ਾਰ ਦੇ ਵਿੱਚ ਆ ਨਗਰ ਦੇ ਵਿੱਚ ਇੱਕ ਪਾਸੇ ਤੋਂ ਦੂਸਰੇ ਪਾਸੇ ਤੀਕ ਜਾ, ਸਾਰੇ ਬਾਜ਼ਾਰ ਵਿੱਚ ਆ ਟਕਾ ਲੈ ਜਾ ਤੇ ਸੱਚ ਝੂਠ ਖਰੀਦ ਕੇ ਲਿਆ। ਜਿਸ ਵੇਲੇ ਸਿਆਲਕੋਟ ਦੇ ਵਿੱਚ ਬਾਜ਼ਾਰ ਵਿੱਚ ਭਾਈ ਮਰਦਾਨਾ ਜੀ ਗਏ, ਦੁਕਾਨਾਂ ਤੋਂ ਪੁੱਛਦੇ ਫਿਰਦੇ ਆ, ਮੇਰੇ ਗੁਰੂ ਜੀ ਨੇ ਮੈਨੂੰ ਭੇਜਿਆ ਵਾ, ਮੈਂ ਸੱਚ ਝੂਠ ਖਰੀਦਣ ਵਾਸਤੇ ਆਇਆ, ਭਾਈ ਮੈਨੂੰ ਕੋਈ ਸੱਚ ਝੂਠ ਵੇਚ ਦਿਓ। ਬਾਜ਼ਾਰ ਵਿੱਚ ਝੋਕਾ ਦਿੰਦੇ ਜਾਂਦੇ ਵੀ ਜਿਸ ਕੋਲੇ ਸੱਚ ਝੂਠ ਹੋਵੇ ਉਹ ਮੈਨੂੰ ਸੱਚ ਝੂਠ ਵੇਚ ਦਵੇ, ਮੈਂ ਸੱਚ ਝੂਠ ਖਰੀਦਣ ਵਾਸਤੇ ਆਇਆ। ਕਈਆਂ ਨੇ ਕਈ ਗੱਲਾਂ ਬਾਤਾਂ ਕੀਤੀਆਂ ਤੇ ਕਈਆਂ ਨੇ ਮਖੌਲ ਕੀਤੇ ਵੀ ਇਹ ਫਕੀਰ ਕੀ ਕਰਦਾ ਫਿਰਦਾ, ਇਹ ਸਾਧੂ ਕੀ ਕਰਦਾ ਫਿਰਦਾ। ਬਾਜ਼ਾਰ ਦੇ ਵਿੱਚੋਂ ਫਲ ਮਿਲ ਜਾਣਗੇ, ਸਬਜ਼ੀਆਂ ਮਿਲ ਜਾਣਗੀਆਂ, ਸੌਦਾ ਮਿਲ ਜਾਵੇਗਾ, ਹੋਰ ਰਾਸ਼ਨ ਪਾਣੀ ਮਿਲ ਜਾਵੇਗਾ, ਇਹ ਕਿਹੜਾ ਸੌਦਾ ਲੈਣ ਵਾਸਤੇ ਆ ਗਿਆ ਸੱਚ ਝੂਠ। ਜਦੋਂ ਕਈ ਦੁਕਾਨਾਂ ਤੇ ਗਏ ਤੇ ਫਿਰ ਇੱਕ ਦੁਕਾਨ ਵਾਲੇ ਨੇ ਭਾਈ ਮੂਲੇ ਨੇ ਆਪਣੇ ਪਾਸ ਬਿਠਾ ਲਿਆ ਭਾਈ ਮਰਦਾਨੇ ਨੂੰ, ਉਹ ਟਕਾ ਲੈ ਲਿਆ, ਇੱਕ ਕਾਗਜ਼ ਉੱਤੇ ਲਿਖ ਕੇ ਦੇ ਦਿੱਤਾ, ਮਰਨਾ ਸੱਚ ਤੇ ਜਿਉਣਾ ਝੂਠ। ਇਹ ਲਿਖ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ। ਉਹ ਕਾਗਜ਼ ਲੈ ਕਰਕੇ ਭਾਈ ਮਰਦਾਨਾ ਜੀ ਵਾਪਸ ਆਏ, ਜਗਤ ਗੁਰੂ ਜੀ ਨੂੰ ਕਾਗਜ਼ ਦਿੱਤਾ, ਮਹਾਰਾਜ ਨੇ ਪੜ੍ਹਿਆ। ਸਤਿਗੁਰੂ ਕਹਿੰਦੇ ਭਾਈ ਮਰਦਾਨਿਆ ਸੌਦਾ ਤੇ ਵਧੀਆ ਖਰੀਦ ਕੇ ਲਿਆਇਆ, ਉੱਤੇ ਲਿਖਿਆ ਹੋਇਆ ਸੀ ਮਰਨਾ ਸੱਚ ਜਿਉਣਾ ਝੂਠ। ਔਰ ਇਹ ਸੰਸਾਰ ਦੀ ਅਟੱਲ ਸਚਾਈ ਹੈ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਦਿੱਤੇ ਉਹਨੇ ਸਵਾਸ ਲੈਣੇ ਆ, ਪਰ ਆਖਰਕਾਰ ਤੇ ਗਿਣਤੀ ਦੇ ਹੀ ਆ ਨਾ, ਜਿੰਨੇ ਮਰਜ਼ੀ ਹੋਣ। ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਕੋਈ ਬਚਪਨ ਵਿੱਚ ਸਰੀਰ ਤਿਆਗ ਜਾਂਦਾ ਹੈ, ਕੋਈ ਜਵਾਨੀ ਵਿੱਚ ਸਰੀਰ ਤਿਆਗ ਜਾਂਦਾ ਹੈ, ਕੋਈ ਢਲਦੀ ਜਵਾਨੀ 'ਚ ਸਰੀਰ ਤਿਆਗ ਜਾਂਦਾ ਹੈ। ਬਿਰਧ ਅਵਸਥਾ ਵਿੱਚ ਤੇ ਹਰ ਇੱਕ ਨੂੰ ਜਾਣਾ ਹੀ ਪੈਂਦਾ ਨਾ। ਕੋਈ 70 ਸਾਲ ਉਮਰ ਭੋਗਦਾ, ਕੋਈ 80 ਸਾਲ, ਕੋਈ 90 ਸਾਲ, ਕੋਈ 100 ਸਾਲ, ਕੋਈ 110, ਕੋਈ 120 ਵੀ ਕੱਢ ਜਾਂਦਾ। ਆਖਰ ਕਿੰਨਾ ਕੁ ਚਿਰ, ਫਿਰ ਵੀ ਤਾਂ ਅਖੀਰ ਨੂੰ ਜਾਣਾ ਹੀ ਪੈਣਾ ਨਾ। ਜਿੰਨੇ ਸਵਾਸ ਪ੍ਰਭੂ ਨੇ ਦਿੱਤੇ ਜਾਣਾ ਪੈਣਾ। ਮਰਨਾ ਸੱਚ ਹੈ, ਇਹ ਅਟੱਲ ਸਚਾਈ ਹੈ। ਉਹ ਹਮਜਾ ਗੌਂਸ ਪੀਰ ਸੀ ਇੱਕ, ਉਹ ਸ਼ਿਲਾ ਕੱਢ ਰਿਹਾ ਸੀ 40 ਦਿਨਾਂ ਦਾ। ਉਹ ਕਹਿੰਦਾ ਸੀ ਮੈਂ ਕਲੀਸਾ ਪੂਰਾ ਕਰਕੇ ਨਾ ਤੇ ਸਿਆਲਕੋਟ ਦੇ ਵਿੱਚ ਸਾਰੇ ਝੂਠੇ ਲੋਕ ਰਹਿੰਦੇ ਆ, ਸਾਰਿਆਂ ਨੂੰ ਖਤਮ ਕਰ ਦੇਣਾ। ਉਹਨੂੰ ਮਹਾਰਾਜ ਨੇ ਉਪਦੇਸ਼ ਦੇਣ ਵਾਸਤੇ ਇਹ ਕੌਤਕ ਰਚਿਆ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਕਾਗਜ਼ ਵਿਖਾਇਆ ਸੀ ਵੀ ਪੀਰ ਜੀ ਵੇਖ, ਇਹੋ ਜਿਹੇ ਲੋਕ ਵੀ ਇਸ ਨਗਰ ਵਿੱਚ ਰਹਿੰਦੇ, ਸਾਰੇ ਝੂਠੇ ਨਹੀਂ ਹੁੰਦੇ। ਇਸ ਨਗਰ ਵਿੱਚ ਇਸ ਤਰ੍ਹਾਂ ਦੇ ਵੀ ਬੈਠੇ ਆ ਜਿਨ੍ਹਾਂ ਨੇ ਮੰਨਿਆ ਵਾ ਵੀ ਮਰਨਾ ਸੱਚ ਆ, ਜਿਉਣਾ ਝੂਠ ਵਾ। ਸਾਰੇ ਲੋਕ ਨਹੀਂ ਝੂਠੇ ਹੁੰਦੇ।
ਪੀਰ ਨੂੰ ਉਪਦੇਸ਼ ਦੇ ਕੇ ਉਹਦਾ ਮਨ ਸ਼ਾਂਤ ਕੀਤਾ। ਫਿਰ ਭਾਈ ਮਰਦਾਨੇ ਨੂੰ ਆਖਿਆ ਵੀ ਭਾਈ ਮਰਦਾਨਿਆ, ਜਿਸ ਪ੍ਰਾਣੀ ਨੇ ਤੈਨੂੰ ਲਿਖ ਕੇ ਦਿੱਤਾ ਉਹਨੂੰ ਬੁਲਾ ਕੇ ਲਿਆ, ਉਹਨੂੰ ਪੁੱਛੀਏ ਉਹਦੇ ਮਨ ਵਿੱਚ ਨਿਸ਼ਚਾ ਵੀ ਹੈ ਜੋ ਲਿਖਿਆ। ਫਿਰ ਭਾਈ ਮੂਲੇ ਨੂੰ ਬੁਲਾ ਕੇ ਲਿਆਂਦਾ। ਮਹਾਰਾਜ ਕਹਿੰਦੇ ਭਾਈ, ਜੋ ਤੂੰ ਲਿਖ ਕੇ ਦਿੱਤਾ ਤੇਰੇ ਮਨ ਵਿੱਚ ਯਕੀਨ ਆ ਇਸ ਗੱਲ ਉੱਤੇ ਕਿ ਮਰਨਾ ਸੱਚ ਆ, ਜਿਉਣਾ ਝੂਠ ਆ? ਅਸਲ ਵਿੱਚ ਕਹਿੰਦੀ ਸਾਰੀ ਦੁਨੀਆ ਵਾ, ਪਰ ਇਸ ਗੱਲ ਉੱਤੇ ਖਲੋਂਦਾ ਕੌਣ ਹੈ? ਇਸ ਗੱਲ ਉੱਤੇ ਯਕੀਨ ਕਿੰਨਿਆਂ ਕੁ ਨੂੰ ਹੈ? ਉਹ ਤਾਂ ਵਿਰਲਿਆਂ ਨੂੰ ਹੈ ਨਾ। ਉਹ ਭਾਈ ਮੂਲੇ ਨੇ ਵੀ ਆਖਿਆ ਵੀ ਮਹਾਰਾਜ ਮੈਂ ਲਿਖ ਦਿੱਤਾ ਵਾ, ਸੁਭਾਵਕ ਹੀ ਆ, ਮੂੰਹ ਤੇ ਗੱਲ ਚੜੀ ਹੈ, ਸਾਰੀ ਦੁਨੀਆ ਕਹਿੰਦੀ ਹੈ, ਉਂਝ ਹੈ ਤਾਂ ਇਹ ਸੱਚਾਈ, ਪਰ ਮਹਾਰਾਜ ਜੇ ਗੱਲ ਨਿਸ਼ਚੇ ਦੀ ਹੈ ਤੇ ਮੇਰੇ ਮਨ ਵਿੱਚ ਕੋਈ ਐਸਾ ਨਿਸ਼ਚਾ ਨਹੀਂ ਬੱਝਾ, ਸੁਭਾਵਕ ਹੀ ਲਿਖ ਦਿੱਤਾ। ਮੈਂ ਕਿਹਾ ਵੀ ਇਹ ਗੱਲ ਇਸ ਤਰ੍ਹਾਂ ਕਹੀ ਜਾਂਦੀ ਹੈ ਵੀ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਤੇ ਮੈਂ ਲਿਖ ਦਿੱਤਾ। ਫਿਰ ਉਹ ਕੁਝ ਸਮਾਂ ਮਹਾਰਾਜ ਦੇ ਨਾਲ ਵੀ ਰਿਹਾ ਸੀ ਭਾਈ ਮੂਲਾ। ਫਿਰ ਗੁਰੂ ਸਾਹਿਬ ਜੀ ਤੋਂ, ਮਹਾਰਾਜ ਸਾਹਿਬ ਜੀ ਦਾ ਸਾਥ ਛੱਡ ਕੇ ਘਰੇ ਜਦੋਂ ਰਹਿਣ ਲੱਗ ਪਿਆ ਸੀ, ਲੰਮਾ ਇਤਿਹਾਸ ਹੈ। ਫਿਰ ਬੇਮੁਖ ਵੀ ਹੋ ਗਿਆ ਸੀ। ਗੁਰੂ ਸਾਹਿਬ ਮਿਲਣ ਵਾਸਤੇ ਗਏ ਸੀ ਤੇ ਘਰ ਵਾਲੀ ਨੇ ਉਹਨੂੰ ਲੁਕਾ ਦਿੱਤਾ ਸੀ, ਤੇ ਫਿਰ ਉਹਨੂੰ ਸੱਪ ਵੀ ਲੜ ਗਿਆ ਸੀ ਉੱਥੇ। ਉਸ ਤੋਂ ਬਾਅਦ ਨਗਰ ਦੇ ਬਾਹਰ ਬੇਰੀ ਦੇ ਦਰਖਤ ਹੇਠਾਂ ਮਹਾਰਾਜ ਬੈਠੇ ਸਨ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ। ਉਹ ਘਰ ਵਾਲੀ ਮਰੇ ਹੋਏ ਆਪਣੇ ਪਤੀ ਭਾਈ ਮੂਲੇ ਨੂੰ ਮੰਜੇ ਤੇ ਲੰਮਿਆਂ ਪਾ ਕੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਚੁਕਾ ਕੇ ਉੱਥੇ ਲਿਆਈ ਸੀ। ਤਰਲੇ ਪਾਏ, ਬੇਨਤੀਆਂ ਕੀਤੀਆਂ। ਗੁਰੂ ਸਾਹਿਬ ਕਹਿੰਦੇ ਹੁਣ ਤਾਂ ਇਹਦੇ ਸਵਾਸ ਪੂਰੇ ਹੋ ਗਏ, ਇਹਨੇ ਸਾਡੀ ਸੰਗਤ ਕੀਤੀ ਸੀ ਪਿੱਛੇ, ਹੁਣ ਵੀ ਤੁਸੀਂ ਸਾਡੀ ਸ਼ਰਨ ਵਿੱਚ ਲੈ ਕੇ ਆਏ ਹੋ। ਅਸੀਂ ਇਹਨੂੰ ਮਿਲਣ ਵਾਸਤੇ ਆਏ ਸਾਂ, ਇਹ ਬੇਮੁਖ ਹੋ ਗਿਆ, ਪਰ ਹੁਣ ਤਾਂ ਇਹਨੂੰ ਜੂਨਾਂ ਵਿੱਚ ਜਾਣਾ ਪਵੇਗਾ ਤੇ ਸਮਾਂ ਆਵੇਗਾ 10ਵੇਂ ਜਾਮੇ ਵਿੱਚ ਇਹਦੀ ਕਲਿਆਣ ਕਰਾਂਗੇ। ਫਿਰ 10ਵੇਂ ਜਾਮੇ ਵਿੱਚ ਸਹਿ ਦੀ ਜੂਨ ਵਿੱਚ ਪਏ ਹੋਏ ਨੂੰ ਕਲਗੀਧਰ ਪਾਤਸ਼ਾਹ ਨੇ ਸ਼ਿਕਾਰ ਕਰਕੇ, ਜਿੱਥੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਹੈ ਗੋਦਾਵਰੀ ਦੇ ਕੰਢੇ ਤੇ, ਸ੍ਰੀ ਅਬਚਲ ਨਗਰ, ਸ੍ਰੀ ਹਜੂਰ ਸਾਹਿਬ, ਉੱਥੇ ਕਲਿਆਣ ਕੀਤੀ ਸੀ ਭਾਈ ਮੂਲ ਚੰਦ ਦੀ, ਭਾਈ ਮੂਲੇ ਦੀ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੱਸ ਰਹੇ ਆ ਵੀ ਇਹ ਸੰਸਾਰ ਇੱਕ ਪੇਕਾ ਘਰ ਹੈ ਭਾਈ। ਜਿਵੇਂ ਲੜਕੀ ਪੇਕੇ ਘਰ ਵਿੱਚੋਂ ਸਹੁਰੇ ਘਰ ਵਿੱਚ ਚਲੇ ਜਾਂਦੀ ਨਾ, ਪੇਕੇ ਘਰ ਦਾ ਸਭ ਸਾਜੋ ਸਮਾਨ ਉੱਥੇ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਨੇ, ਜੀਵ ਆਤਮਾ ਨੇ ਮਾਤ ਲੋਕ ਰੂਪੀ ਪੇਕੇ ਘਰ ਨੂੰ ਛੱਡ ਕੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਇੱਕ ਦਿਨ ਜਾਣਾ ਹੀ ਜਾਣਾ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ, ਜਿੰਦ ਵਹੁਟੀ ਮਰਨ ਵਾਰ, ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕੈ ਗੱਲ ਲੱਗੈ ਧਾਏ। ਕਹਿੰਦੇ ਜਿੰਦ ਰੂਪੀ ਇਹ ਵਹੁਟੀ ਹੈ ਤੇ ਮਰਨਾ ਜਿਹੜਾ ਇਹ ਲਾੜਾ ਹੈ, ਇੱਕ ਦਿਨ ਜ਼ਰੂਰ ਉਹਨੇ ਲੈ ਜਾਣਾ, ਭਾਵ ਮੌਤ ਇੱਕ ਦਿਨ ਆਉਣੀ ਹੈ। ਇੱਕ ਦਿਨ ਇਹ ਸੰਸਾਰ ਛੱਡ ਕੇ ਜੀਵ ਨੇ ਜਾਣਾ ਹੈ। ਤੇ ਸਤਿਗੁਰੂ ਕਹਿੰਦੇ ਵੀ ਤੂੰ ਪਹਿਲਾਂ ਹੀ ਭਾਈ ਗੁਰੂ ਦਾ ਉਪਦੇਸ਼ ਲੈ ਕਰਕੇ ਤੇ ਇਹ ਗੱਲ ਸਮਝ ਲਾ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਇਹ ਪਿਆਰਿਆ ਮਣਾ, ਤੂੰ ਸਦਾ ਵਾਸਤੇ ਸੱਚ ਨੂੰ ਸੰਭਾਲ, ਸਦਾ ਵਾਸਤੇ ਸੱਚੇ ਨੂੰ ਚੇਤੇ ਕਰ। ਤਾਂ ਗਰੀਬ ਨਵਾਜ ਕਹਿੰਦੇ ਪੇਕਾ ਘਰ ਹੈ, ਛੋੜਿਆ ਹੱਬ ਕੇ ਜਤਿਆਗੀ। ਜੀਵ ਇਸਤਰੀ ਬੇਨਤੀ ਕਰਦੀ ਹੈ ਪ੍ਰਮਾਤਮਾ ਪਤੀ ਦੇ ਅੱਗੇ ਕਿ ਇਹ ਸੰਸਾਰ ਦਾ ਹੱਬ ਕਿਜ, ਜੋ ਸਾਰਾ ਕੁਝ ਹੀ ਹੈ, ਤਿਆਗਣੇ ਯੋਗ ਜਾਣ ਕਰਕੇ ਇਸ ਨੂੰ ਤਿਆਗ ਦਿੱਤਾ, ਇਸ ਨੂੰ ਛੋੜ ਦਿੱਤਾ। ਇਹ ਤਿਆਗਣੇ ਜੋ ਤਿਆਗ ਦਾ ਵੀ ਤਿਆਗ ਹੈ ਉਹ ਕਰ ਦਿੱਤਾ ਹੈ। ਇੱਕ ਛੋੜਿਆ ਲਫ਼ਜ਼ ਆ ਗਿਆ, ਇੱਕ ਤਿਆਗੀ ਆ ਗਿਆ। ਛੋੜਿਆ ਨਾਮ ਵੀ ਤਿਆਗਣ ਦਾ ਹੈ ਤੇ ਤਿਆਗੀ ਨਾਮ ਵੀ ਤਿਆਗਣ ਦਾ ਹੈ। ਤੇ ਇਹਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਵੀ ਤਿਆਗ ਦਾ ਵੀ ਤਿਆਗ ਕਰਨਾ।
ਕਈ ਵਾਰੀ ਜੀਵ ਕੁਝ ਤਿਆਗ ਕਰਦਾ ਹੈ, ਪਰ ਤਿਆਗ ਕੀਤੇ ਹੋਏ ਨੂੰ ਫਿਰ ਫੜ ਕੇ ਰੱਖਦਾ ਹੈ ਆਪਣੇ ਮਨ ਦੇ ਵਿੱਚ। ਇਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਕਥਨ ਕੀਤਾ ਹੈ ਵੀ ਮਨੁੱਖ ਆਪਣਾ ਘਰ ਛੱਡ ਕੇ, ਪਰਿਵਾਰ ਛੱਡ ਕੇ, ਧਨ ਦੌਲਤ ਛੱਡ ਕੇ, ਪਦਾਰਥ ਛੱਡ ਕੇ, ਜ਼ਮੀਨ ਜਾਇਦਾਦ ਤਿਆਗ ਕੇ ਵੀ ਕਈ ਵਾਰੀ ਜੰਗਲ ਵਿੱਚ ਚਲੇ ਜਾਂਦਾ ਹੈ ਤੇ ਕਹਿੰਦਾ ਵੀ ਮੈਂ ਆਪਣਾ ਸਭ ਕੁਝ ਤਿਆਗ ਦਿੱਤਾ। ਜਦੋਂ ਇਹ ਗੱਲ ਕਹਿੰਦਾ ਨਾ, ਮੈਂ ਇੰਨਾ ਕੁਝ ਤਿਆਗ ਕੇ ਆਇਆ ਵਾਂ, ਮੈਂ ਤਿਆਗ ਕੇ ਆਇਆ ਵਾਂ, ਉਹ ਮੈਂ ਫੇਰ ਨਾਲ ਹੀ ਤੁਰੀ ਫਿਰਦੀ ਵੀ ਮੈਂ ਤਿਆਗ ਕੇ ਆਇਆ। ਇਸ ਨੂੰ ਗਰੀਬ ਨਵਾਜ ਨੇ ਆਖਿਆ ਅੰਮ੍ਰਿਤ ਬਾਣੀ ਦੇ ਅੰਦਰ, ਜਿੰਨਾ ਚਿਰ ਕੋਈ ਮੈਂ ਨਹੀਂ ਤਿਆਗਦਾ, ਜਿੰਨਾ ਚਿਰ ਕੋਈ ਹਉ ਨਹੀਂ ਤਿਆਗਦਾ, ਭਾਵੇਂ ਸਾਰਾ ਕੁਝ ਤਿਆਗਦਾ ਵੀ ਉਹਨੇ ਕੁਝ ਵੀ ਨਹੀਂ ਤਿਆਗਿਆ। ਅਸਲ ਵਿੱਚ ਜੇ ਸਾਰੇ ਕੁਝ ਦੇ ਵਿੱਚ ਰਵੇ ਤੇ ਫਿਰ ਮੈਂ ਨੂੰ ਤਿਆਗ ਦੇਵੇ ਤੇ ਜਾਣੋ ਉਹ ਵੀ ਤਿਆਗੀ ਹੈ। ਵਿੱਚ ਰਹਿ ਕੇ ਸਭ ਕੁਝ ਤਿਆਗ ਦੇਣਾ ਤੇ ਸਭ ਕੁਝ ਤਿਆਗ ਕੇ ਜੰਗਲ ਵਿੱਚ ਜਾ ਕੇ ਵੀ ਫਿਰ ਵੀ ਸਾਰਾ ਕੁਝ ਨਾਲ ਹੀ ਚੁੱਕੀ ਫਿਰਨਾ ਵੀ ਮੈਂ ਤਿਆਗ ਕੇ ਆਇਆ, ਮੇਰੇ ਵਰਗਾ ਤਿਆਗੀ ਕਿਹੜਾ। ਮੈਂ ਘਰ ਵਾਲੀ ਤਿਆਗ ਕੇ ਆਇਆ, ਮੈਂ ਪੁੱਤਰ ਤਿਆਗ ਕੇ ਆਇਆ, ਮੈਂ ਘਰ ਛੱਡ ਕੇ ਆਇਆ, ਮੈਂ ਪਦਾਰਥ ਛੱਡ ਕੇ ਆਇਆ, ਮੈਂ ਸਾਰਾ ਕੁਝ ਤਿਆਗ ਦਿੱਤਾ। ਭਗਤ ਜੀ ਨੇ ਬਚਨ ਕੀਤਾ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ। ਮਾਇਆ ਤਿਆਗ ਦਿੱਤੀ ਤਾਂ ਕੀ ਹੋਇਆ, ਮੈਂ ਤਾਂ ਨਹੀਂ ਨਾ ਤਿਆਗੀ ਗਈ, ਮਾਣ ਤਾਂ ਨਹੀਂ ਨਾ ਤਿਆਗਿਆ ਗਿਆ, ਤਿਆਗ ਦਾ ਜਿਹੜਾ ਤਿਆਗ ਹੈ ਉਹ ਤਾਂ ਨਹੀਂ ਨਾ ਤਿਆਗਿਆ ਗਿਆ। ਤਿਆਗ ਦਾ ਤਿਆਗ ਕਰਨਾ ਬੜਾ ਔਖਾ। ਇਸ ਨੂੰ ਮਹਾਰਾਜ ਨੇ ਆਖਿਆ, ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਜਿੰਨਾ ਚਿਰ ਕੋਈ ਹਉਮੈ ਨਹੀਂ ਤਿਆਗਦਾ, ਜਿੰਨਾ ਚਿਰ ਕੋਈ ਮੈਂ ਮੇਰੀ ਨਹੀਂ ਤਿਆਗਦਾ, ਉਹਨਾਂ ਚਿਰ ਕਿੱਥੇ ਕੋਈ ਤਿਆਗੀ ਹੈ। ਭਾਵੇਂ ਸਭ ਕੁਝ ਤਿਆਗ ਦਿੱਤਾ, ਹੰਗਤਾ ਮਮਤਾ ਜਿਹੜੀ ਫੇਰ ਬਣੀ ਹੋਈ ਹੈ। ਬਿਆਸ ਰਿਖੀ ਦਾ ਪੁੱਤਰ ਹੋਇਆ ਸੁਖਦੇਵ ਮੁਨੀ, ਤੇ ਬਿਆਸ ਜੀ ਨੇ ਉਹਨੂੰ ਭੇਜਿਆ ਗੁਰੂ ਧਾਰਨ ਵਾਸਤੇ ਰਾਜੇ ਜਨਕ ਪਾਸ। ਹੁਣ ਬਿਆਸ ਰਿਖੀ ਆਪ ਬੜੇ ਧਰਮਾਤਮਾ ਹੋਏ ਆ, ਉਹਨਾਂ ਦੇ ਕਈ ਸੇਵਕ ਹੋਏ ਆ, ਕਈ ਚੇਲੇ ਹੋਏ ਆ, ਪਰ ਸੁਭਾਵ ਕੀ ਹੈ ਵੀ ਉਹਨਾਂ ਦਾ ਆਪਣਾ ਜਿਹੜਾ ਪੁੱਤਰ ਹੈ ਉਹਨੂੰ ਉਹਨਾਂ ਨੇ ਭੇਜਿਆ ਵੀ ਇਹ ਰਾਜੇ ਜਨਕ ਕੋਲੋਂ ਜਾ ਕੇ ਤੂੰ ਉਪਦੇਸ਼ ਲੈ ਕੇ ਆ, ਗਿਆਨ ਲੈ ਕੇ ਆ। ਕਿਉਂਕਿ ਵੀ ਆਪਣੇ ਪਿਤਾ ਉੱਤੇ ਤੇ ਪਿਤਾ ਦੀ ਭਾਵਨਾ ਹੀ ਰੱਖਣੀ ਹੈ ਵੀ ਮੈਂ ਇਹਨਾਂ ਦਾ ਪੁੱਤਰ ਹੈ। ਕਹਿਣ ਲੱਗੇ ਵੀ ਉਹਨਾਂ ਦੇ ਕੋਲੇ ਭੇਜਦੇ। ਜਦੋਂ ਭੇਜ ਦਿੱਤਾ, ਆਪਣੀ ਲੰਗੋਟੀ ਤੇ ਇੱਕ ਚਿੱਪੀ ਜੀ ਨਾਲ ਫੜੀ ਹੋਈ ਹੈ, ਜੋ ਸਾਧੂਆਂ ਕੋਲੇ ਗੜਵਾ ਜਿਹਾ ਹੁੰਦਾ ਹੈ, ਉਹ ਲੱਕੜ ਦੀ ਚਿੱਪੀ ਜੀ, ਉਹ ਜਿੱਥੇ ਡਿਊੜੀ ਸੀ ਉੱਥੇ ਰੱਖ ਕੇ ਅੱਗੇ ਰਾਜੇ ਕੋਲੇ ਗਿਆ। ਰਾਜੇ ਦਾ ਮਹਿਲ ਬੜਾ ਵੱਡਾ, ਰਾਜੇ ਦੀ ਦੌਲਤ ਵੇਖੀ, ਹੀਰੇ ਮੋਤੀ ਸੋਨਾ ਚਾਂਦੀ ਰੁਪਈਏ, ਨੌਕਰ ਚਾਕਰ ਰਾਣੀਆਂ, ਸਾਰਾ ਕੁਝ ਵੇਖ ਕਰਕੇ ਤੇ ਭਰਮ ਭੁਲੇਖਾ ਜਿਹਾ ਪੈ ਗਿਆ ਵੀ ਇਹ ਰਾਜਾ ਤੇ ਰਾਜ ਮਹਿਲਾਂ ਵਿੱਚ ਰਹਿੰਦਾ ਏ ਤੇ ਮਾਇਆ ਵਿੱਚ ਰਹਿੰਦਾ ਏ ਤੇ ਪਦਾਰਥਾਂ ਵਿੱਚ ਫਸਿਆ ਪਿਆ ਹੈ, ਤੇ ਇਹ ਮੇਰਾ ਗੁਰੂ ਬਣੇਗਾ, ਇਹ ਮੈਨੂੰ ਉਪਦੇਸ਼ ਦੇਵੇਗਾ। ਇਹ ਤਾਂ ਰਾਣੀਆਂ ਦੇ ਵਿੱਚ ਬੈਠਾ ਹੋਇਆ। ਐਸਾ ਖਿਆਲ ਆਇਆ, ਇਹ ਤਾਂ ਮਾਇਆ ਦੇ ਵਿੱਚ ਗਲਤਾਨ ਹੈ। ਤੇ ਉਹ ਰਾਜੇ ਜਨਕ ਨੇ, ਬ੍ਰਹਮ ਗਿਆਨੀ ਨੇ, ਆਪਣੀ ਕਲਾ ਦੇ ਨਾਲ ਆਪਣੀ ਮਹਿਲਾਂ ਨੂੰ ਅੱਗ ਲਾ ਦਿੱਤੀ। ਉੱਥੇ ਲਾਈ ਜਿਹੜੀ ਇਹ ਡਿਊਟੀ ਦੇ ਵਿੱਚ ਹੀ ਆਪਣਾ ਕੁਝ ਥੋੜਾ ਜਿਹਾ ਸਮਾਨ ਰੱਖ ਕੇ ਆਇਆ ਸੀ, ਇੱਕ ਲੰਗੋਟੀ ਤੇ ਇੱਕ ਚਿੱਪੀ, ਉਹ ਲੱਕੜ ਦਾ ਗੜਵਾ ਜਿਹਾ। ਤੇ ਜਦੋਂ ਆ ਕੇ ਸਿਪਾਹੀਆਂ ਨੇ ਦੱਸਿਆ ਵੀ ਰਾਜਾ ਆਪਣੇ ਮਹਿਲਾਂ ਨੂੰ ਅੱਗ ਲੱਗ ਗਈ ਹੈ, ਡਿਊਟੀ ਨੂੰ ਅੱਗ ਲੱਗੀ ਹੋਈ ਹੈ। ਤੇ ਰਾਜਾ ਕਹਿੰਦਾ ਕੋਈ ਗੱਲ ਨਹੀਂ। ਇਹ ਉੱਠ ਕੇ ਭੱਜਣ ਲੱਗਾ, ਇਹਨੂੰ ਕਹਿੰਦਾ ਵੀ ਕਿੱਧਰ ਚੱਲਿਆ? ਕਹਿਣ ਲੱਗਾ ਵੀ ਮੇਰੀ ਲੰਗੋਟੀ ਪਈ ਉੱਥੇ। ਰਾਜਾ ਕਹਿੰਦਾ ਵੀ ਫਸਿਆ ਮੈਂ ਪਿਆ ਕਿ ਫਸਿਆ ਤੂੰ ਪਿਆ ਵਾ? ਮੇਰਾ ਮਹਿਲ ਸੜ ਰਿਹਾ ਵਾ, ਮੈਂ ਤਾਂ ਇੱਥੇ ਬੈਠਾ ਵਾਂ,
ਤੇ ਤੇਰੀ ਇੱਕ ਲੰਗੋਟੀ ਸੜ ਜਾਊਗੀ ਤੇ ਕੀ ਉੱਥੇ ਘਾਟਾ ਪੈ ਚੱਲਿਆ ਤੈਨੂੰ? ਤੇਰੀ ਇੱਕ ਲੰਗੋਟੀ, ਇੱਕ ਲੱਕੜ ਦੀ ਨਿੱਕੀ ਜਿਹੀ ਚਿੱਪੀ, ਉਹਦੇ ਵਿੱਚ ਹੀ ਮੇਰ ਪਾਈ ਹੋਈ ਆ, ਉਹਦੇ ਵਿੱਚ ਹੀ ਮਮਤਾ ਪਾਈ ਹੋਈ ਆ। ਸਮਝ ਆ ਗਈ ਤੇ ਕਹਿਣ ਲੱਗੇ ਵੀ ਹੁਣ ਜੇ ਤਾਂ ਭਾਵਨਾ ਦੇ ਨਾਲ ਤੂੰ ਆਉਂਦਾ ਤੇ ਤੈਨੂੰ ਹੁਣੇ ਉਪਦੇਸ਼ ਦਿੰਦੇ, ਪਰ ਹੁਣ ਸਮਾਂ ਲੱਗੇਗਾ। ਫਿਰ 12 ਸਾਲ ਸਮਾਂ ਲੱਗਾ ਇਹ ਤਰਕ ਕਰਨ ਕਰਕੇ, ਇਹ ਸ਼ੰਕਾ ਕਰਨ ਕਰਕੇ। ਤੇ ਫਿਰ ਜਿੱਥੇ ਰਾਜੇ ਦੇ ਉਹ ਝੂਠ ਸੀ ਨਾ, ਪਤਲਾ ਲੰਗਰ ਪਾਣੀ ਚੱਲਦਾ ਤੇ ਜੋ ਝੂਠਾ ਸਾਜੋ ਸਮਾਨ ਭਾਂਡਿਆਂ ਦਾ ਧੋਣ ਜਿੱਥੇ ਡੋਲਿਆ ਜਾਂਦਾ ਸੀ, ਉੱਥੇ ਖਲੋਤਾ ਰਿਹਾ 12 ਸਾਲ। ਫਿਰ ਸਿਰ 'ਚ ਝੂਠ ਪੈਂਦੀ ਰਹੀ ਸੁਖਦੇਵ ਮੁਨੀ ਦੇ, 12 ਸਾਲ ਝੂਠ ਪਵਾਈ। ਤੇ ਫਿਰ ਰਾਜੇ ਜਨਕ ਦੇ ਪਾਸੋਂ ਉਪਦੇਸ਼ ਪ੍ਰਾਪਤ ਕੀਤਾ। ਤੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਤਿਆਗਣਾ, ਸਭ ਕੁਝ ਤਿਆਗ ਕੇ ਵੀ ਕਈ ਵਾਰੀ ਇਨਸਾਨ ਉਹ ਤਿਆਗ ਦਾ ਵੀ ਹੰਕਾਰ ਕਰ ਲੈਂਦਾ, ਤੇ ਕਈ ਵਾਰੀ ਸਭ ਕੁਝ ਤਿਆਗ ਕੇ ਤੇ ਥੋੜੀ ਜਿੰਨੀ ਚੀਜ਼ ਦੇ ਵਿੱਚ ਵੀ ਮੇਰ ਪਾ ਕੇ ਬਹਿ ਜਾਂਦਾ, ਮਮਤਾ ਪਾ ਕੇ ਬਹਿ ਜਾਂਦਾ। ਇੱਥੇ ਜੀਵ ਇਸਤਰੀ ਬੇਨਤੀ ਕਰਦੀ ਹੈ ਵੀ ਇਹ ਸਭ ਕੁਝ ਤਿਆਗਣ ਵਾਲਾ ਜਾਣ ਕਰਕੇ ਵੀ ਸੰਸਾਰ ਦਾ ਜਿਹੜਾ ਸਭ ਕੁਝ, ਇਹ ਸਾਰੇ ਪਦਾਰਥ ਆ, ਇਹ ਤਿਆਗਣੇ ਯੋਗ ਹੈ, ਇੱਕ ਦਿਨ ਤਿਆਗ ਹੀ ਜਾਣੇ ਆ। ਇਸ ਕਰਕੇ ਸਰੀਰ ਵਿੱਚ ਹੁੰਦਿਆਂ ਜਿਉਂਦਿਆਂ ਹੀ ਛੋੜਿਆ ਹੱਬ ਕਿਜ ਤਿਆਗੀ, ਇਹ ਤਿਆਗਣੇ ਯੋਗ ਜਾਣ ਕਰਕੇ ਇਹਨਾਂ ਸਾਰਿਆਂ ਦੀ ਜਿਹੜੀ ਮਮਤਾ ਹੈ, ਉਹ ਮੇਰ ਹੈ, ਮੈਂ ਮੇਰੀ ਹੈ, ਉਹ ਤਿਆਗ ਦਿੱਤੀ ਹੈ, ਸਭ ਦਾ ਤਿਆਗ ਕਰ ਦਿੱਤਾ ਹੈ ਵੀ ਇਹ ਤਿਆਗਣੇ ਯੋਗ ਹਨ। ਤੇ ਤਿਆਗ ਦਾ ਵੀ ਤਿਆਗ ਕੀਤਾ ਹੈ। ਜਿੰਨੇ ਸੰਸਾਰ ਦੇ ਸਾਕ ਹਨ, ਸੱਜਣ ਮਿੱਤਰ, ਭੈਣ ਭਾਈ, ਮਾਤਾ ਪਿਤਾ, ਜਿੰਨੇ ਵੀ ਸਾਕ ਸੰਬੰਧ ਹਨ, ਹੱਬੇ ਸਾਕ, ਉਹ ਸਾਰੇ ਦੇ ਸਾਰੇ ਸਾਕ ਸੰਬੰਧ ਕੂੜਾਵੇ ਡਿੱਠੇ, ਉਹ ਝੂਠੇ ਵੇਖੇ ਹਨ। ਵੀ ਸਾਰਾ ਸੰਸਾਰ ਹੀ ਜਦੋਂ ਝੂਠਾ ਹੈ ਤੇ ਸੰਸਾਰ ਦਾ ਫਿਰ ਹਰ ਇੱਕ ਵਸਤੂ ਝੂਠੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਤੇ ਸਾਰੇ ਸਾਕ ਵੀ ਜਿੰਨੇ ਵੀ ਸੰਬੰਧ ਹਨ, ਇਹ ਝੂੜੇ, ਇਹ ਝੂਠੇ ਹਨ, ਇਹ ਕੂੜੇ ਦਿਸੇ ਹਨ। ਤਾਂ ਹੈ ਪ੍ਰਭੂ ਪ੍ਰਮਾਤਮਾ ਪਤੀ, ਆਪ ਜੀ ਦੇ ਪੱਲੇ ਮੈਂ ਲੱਗੀ ਹਾਂ, ਆਪ ਜੀ ਦੇ ਸ਼ਬਦ ਰੂਪੀ ਪੱਲੇ ਲੱਗੀ ਹਾਂ, ਆਪ ਜੀ ਦੀ ਸ਼ਰਨ ਰੂਪ ਪੱਲਾ ਫੜਿਆ, ਆਪ ਜੀ ਦਾ ਨਾਮ ਰੂਪ ਪੱਲਾ ਫੜਿਆ। ਜਦੋਂ ਤੋਂ ਆਪ ਜੀ ਦੇ ਨਾਮ ਰੂਪ ਦੇ ਨਾਮ ਦੇ ਪੱਲੇ ਲੱਗੀ ਆ, ਨਾਮ ਰੂਪੀ ਪੱਲਾ ਫੜਿਆ ਹੈ, ਉਦੋਂ ਤੋਂ ਇਹ ਸਾਰੇ ਜਿੰਨੇ ਸੰਬੰਧ ਆ, ਜਿੰਨੇ ਸਾਕ ਹਨ, ਇਹ ਕੂੜੇ ਦਿਸੇ ਹਨ, ਇਹ ਝੂਠੇ ਦਿਸੇ ਹਨ। ਵੀ ਸੰਸਾਰ ਦੀ ਰਚਨਾ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਵੀ ਇਹ ਸੰਸਾਰ ਦੀ ਹਾਲਤ ਇਸ ਤਰ੍ਹਾਂ ਦੀ ਹੈ, ਇਹ ਸਾਰਾ ਨਾਸਮਾਨ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਹੋ ਜਗ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗੇ। ਸੁਪਨੇ ਵਰਗਾ ਇਹ ਸਾਰੇ ਪਦਾਰਥ ਆ, ਸੁਪਨੇ ਵਰਗਾ ਇਹ ਸੰਸਾਰ ਹੈ, ਇਸ ਕਰਕੇ ਝੂਠਾ ਪ੍ਰਤੀਤ ਹੋਇਆ ਹੈ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਫਿਰਦੀ ਫਿਰਦੀ ਨਾਨਕ ਜੀਓ। ਮਹਾਰਾਜ ਕਹਿੰਦੇ, ਹੇ ਪ੍ਰਭੂ ਜੀਓ, ਮੈਂ ਜੀਵ ਰੂਪ ਇਸਤਰੀ ਫਿਰਦੀ ਫਿਰਦੀ, ਵਿਚਰਦੀ ਵਿਚਰਦੀ, ਕਈਆਂ ਜਨਮਾਂ ਵਿੱਚ ਫਿਰਨਾ ਪਿਆ ਹੈ, ਆਪ ਜੀ ਤੋਂ ਵਿਛੜ ਕਰਕੇ, ਆਪ ਜੀ ਤੋਂ ਭੁੱਲ ਕਰਕੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਚੌਹਾਂ ਕੁੰਟਾਂ ਵਿੱਚ ਵੀ ਮੈਂ ਫਿਰੀ ਹਾਂ, 10 ਦਿਸ਼ਾ ਵਿੱਚ ਵੀ ਮੈਂ ਫਿਰੀ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਈਆਂ ਜੂਨਾਂ ਵਿੱਚ ਮੈਨੂੰ ਜਾਣਾ ਪਿਆ,
ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਫਿਰਦੀ ਫਿਰਦੀ ਨਾਨਕ ਜੀਓ। हे ਪ੍ਰਭੂ ਜੀਓ, ਮੈਂ ਜੀਵ ਇਸਤਰੀ ਫਿਰਦੀ ਫਿਰਦੀ ਵਿਚਰਦੀ ਵਿਚਰਦੀ ਕਈਆਂ ਜਨਮਾਂ ਵਿੱਚ ਆਓ ਭਾਵੀ ਥੀ ਬਹੁਤ ਦਸਾਵਰ ਬੰਦਾ, ਮੈਂ ਭਾਵੀ ਹੋ ਗਈ, ਸ਼ਿੱਥੀ ਹੋ ਗਈ। ਭਾਵੀ ਦਾ ਅਰਥ ਕੀਤਾ ਹੈ ਗੁਰਮੁਖਾਂ ਨੇ ਵੀ ਮੈਂ ਵਿਆਕੁਲ ਹੋ ਗਈ, ਥਕਤ ਹੋ ਗਈ, ਫਿਰਦੀ ਫਿਰਦੀ ਥੱਕ ਗਈ ਹਾਂ, ਫਿਰਦੀ ਫਿਰਦੀ ਮੈਂ ਬੌਰੀ ਹੋ ਗਈ ਹਾਂ, ਝੱਲੀ ਹੋ ਗਈ ਹਾਂ। ਬਹੁਤ ਦਿਸ਼ਾਵਰ ਪੰਧਾ, ਬਹੁਤ ਦਿਸ਼ਾਂਤਰਾਂ ਦੇ ਵਿੱਚ ਮੈਂ ਫਿਰਦੀ ਰਹੀ ਹਾਂ। ਪੰਧਾ, ਬਹੁਤ ਰਸਤਿਆਂ ਤੇ ਮੈਂ ਫਿਰਦੀ ਰਹੀ ਹਾਂ, ਤੇ ਬਹੁਤ ਦੇਸ਼ਾਂ ਦਿਸ਼ਾਂਤਰਾਂ ਦੀਆਂ ਦਿਸ਼ਾਵਾਂ ਦੇ ਵਿੱਚ ਮੈਂ ਵਿਚਰਦੀ ਰਹੀ ਹਾਂ। ਕਈ ਸਾਧਨਾਂ ਦੇ ਵਿੱਚ ਮੈਂ ਫਿਰਦੀ ਰਹੀ ਹਾਂ, ਕਈ ਤਰ੍ਹਾਂ ਦੇ ਸਾਧਨ ਕੀਤੇ, ਕਈ ਤਰ੍ਹਾਂ ਦੇ ਯਤਨ ਕੀਤੇ, ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਆਪ ਜੀ ਦੇ ਨਾਲ ਮਿਲਣ ਦੇ, ਪਰ ਮੈਂ ਫਿਰਦੀ ਰਹੀ ਹਾਂ। ਆਪ ਜੀ ਦੇ ਨਾਲ ਮਿਲਾਪ ਨਹੀਂ ਹੋਇਆ ਤੇ ਫਿਰਦੀ ਫਿਰਦੀ ਮੈਂ ਦੁਖੀ ਹੋ ਗਈ, ਥੱਕ ਗਈ ਹਾਂ। ਸੁਖ ਸੁਖਾਲੀ ਸੁਖੀ, ਤਾਂ ਉਸ ਵੇਲੇ ਮੈਂ ਸੁਖ ਦੇ ਸਹਿਤ ਹੋ ਕਰਕੇ, ਸੁਖਾਲੀ ਹੋ ਕਰਕੇ ਸੁੱਤੀ ਹਾਂ। ਸੁਖ ਦੀ ਨੀਂਦੇ, ਸੁਖ ਵਾਲੀ ਹੋ ਕਰਕੇ ਉਦੋਂ ਮੈਂ ਸੁੱਤੀ ਹਾਂ। ਜਦੋਂ ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ, हे ਪ੍ਰਭੂ ਸੱਜਣ, ਮੈਂ ਆਪ ਜੀ ਨੂੰ ਲੱਭ ਲਿਆ। ਜਦੋਂ ਆਪ ਜੀ ਨੂੰ ਮੈਂ ਲੱਭਾ, ਆਪ ਜੀ ਨੂੰ ਲੱਭ ਲਿਆ, ਪ੍ਰਾਪਤ ਕੀਤਾ ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ, ਤਾਂ ਫਿਰ ਮੈਂ ਸੁਖਾਲੀ ਹੋ ਕਰਕੇ ਸੁੱਤੀ ਹਾਂ। ਫਿਰ ਮੈਂ ਸੁਖ ਵਾਲੀ ਹੋ ਕਰਕੇ ਸ਼ਾਂਤੀ ਪੂਰਵਕ ਸ਼ਾਂਤੀ ਦੀ ਨੀਂਦ ਸੌਣਾ ਕੀਤਾ ਹੈ। ਫਿਰ ਮੈਂ ਆਪ ਜੀ ਦੇ ਨਾਲ ਅਭੇਦ ਹੋ ਕਰਕੇ, ਸੱਜਣ ਨਾਲ ਮਿਲ ਕਰਕੇ ਮੈਨੂੰ ਸੁਖ ਪ੍ਰਾਪਤ ਹੋਇਆ ਹੈ। ਪ੍ਰਭੂ ਸੱਜਣ ਨੂੰ ਜਦੋਂ ਮੈਂ ਲੱਭਾ ਹੈ, ਲੱਭਾ ਕਿਵੇਂ ਹੈ? ਜਾਂ ਗੁਰਮਿਲ, ਗੁਰੂ ਸਾਹਿਬ ਨਾਲ ਜਦੋਂ ਮਿਲਾਪ ਹੋਇਆ ਤੇ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਸੱਜਣ ਲਭਾ ਦਿੱਤਾ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੈ RAM ਰਾਜੇ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਵਾਹਿਗੁਰੂ ਸੱਜਣ ਲੱਭਾ। ਗੁਰ ਮਿਲ ਲੱਧਾ ਜੀ RAM ਪਿਆਰਾ RAM, 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 ਗੁਰ ਮਿਲ ਲੱਧਾ ਜੀ RAM ਪਿਆਰਾ RAM। ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਸੱਜਣ ਉਦੋਂ ਲੱਭਿਆ ਜਦੋਂ ਗੁਰੂ ਸਾਹਿਬ ਨਾਲ ਮਿਲੇ। ਗੁਰੂ ਸਾਹਿਬ ਨਾਲ ਮਿਲ ਕਰਕੇ ਪ੍ਰਭੂ ਸੱਜਣ ਨੂੰ ਮੈਂ ਜਦੋਂ ਲੱਭ ਲਿਆ, ਫਿਰ ਮੈਂ ਸੁਖ ਦੇ ਸਹਿਤ ਸੁਖਾਲੀ ਹੋ ਕਰਕੇ, ਸੁਖ ਵਾਲੀ ਹੋ ਕਰਕੇ ਸੌਣਾ ਕੀਤਾ ਹੈ। ਪੌੜੀ ਦੇ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸਭੇ ਦੁਖ ਸੰਤਾਪ, ਸਾਰੇ ਹੀ ਦੁੱਖ ਮਹਾਰਾਜ ਕਹਿੰਦੇ ਵਿਆਪਦੇ, ਸਾਰੇ ਹੀ ਦੁੱਖ ਚਿੰਬੜ ਜਾਂਦੇ ਆ ਤੇ ਦੁੱਖ ਭਲੀ ਪ੍ਰਕਾਰ ਫਿਰ ਸੰਤਾਪ ਦਿੰਦੇ ਆ, ਭਲੀ ਪ੍ਰਕਾਰ ਤਪਾਉਂਦੇ ਹਨ। ਜਾਂ ਤੁਧਮ ਭੁੱਲੀ ਹੈ, ਜਾਂ ਜਦੋਂ हे ਪ੍ਰਭੂ ਜੀ ਆਪ ਜੀ ਦੀ ਤਰਫੋਂ ਭੁੱਲ ਜਾਈਏ ਨਾ, ਜਦੋਂ ਆਪ ਜੀ ਨੂੰ ਭੁੱਲ ਜਾਈਏ ਫਿਰ ਸਾਰੇ ਦੁੱਖ ਵਿਆਪ ਜਾਂਦੇ ਆ ਤੇ ਫਿਰ ਦੁੱਖ ਸਤਾਉਂਦੇ ਆ ਜੀਵ ਨੂੰ। ਦੁੱਖ ਭਲੀ ਪ੍ਰਕਾਰ ਤਪਾਉਂਦੇ ਹਨ ਜਦੋਂ ਆਪ ਜੀ ਨੂੰ ਭੁੱਲ ਜਾਈਏ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ।
ਜਦੋਂ ਆਪ ਜੀ ਤੋਂ ਭੁੱਲ ਜਾਈਏ ਤਾਂ ਸਾਰੇ ਦੁੱਖ ਫਿਰ ਦੁਖੀ ਕਰਦੇ ਹਨ। ਜੇ ਕੀਜਨ ਲਖਿ ਉਪਾਵ ਆਪ ਜੀ ਨੂੰ ਭੁਲਾ ਕੇ हे ਪ੍ਰਭੂ ਜੀ ਹੋਰ ਭਾਵੇਂ ਲੱਖਾਂ ਵੀ ਉਪਾਵ ਯਤਨ ਕੋਈ ਕਰਦਾ ਰਹੇ ਕਦੀ ਨਾ ਭੁਲੀਐ ਤਾਂ ਕਿਸੇ ਪ੍ਰਕਾਰ ਵੀ ਛੁਟਕਾਰਾ ਨਹੀਂ ਹੁੰਦਾ ਇਹ ਦੁੱਖਾਂ ਤੋਂ। ਅਗਿਆਨ ਦਾ ਦੁੱਖ ਵਿਆਪਦਾ ਹੈ, ਜੰਮਣ ਮਰਨ ਦਾ ਦੁੱਖ ਵਿਆਪਦਾ ਹੈ, ਸੋ ਅਨੇਕ ਪ੍ਰਕਾਰ ਦੇ ਦੁੱਖ ਵਿਆਪਦੇ ਹਨ। ਸੋ ਕਿਸੇ ਪ੍ਰਕਾਰ ਵੀ ਭੁੱਲੀਏ ਛੁਟਕਾਰਾ ਨਹੀਂ ਹੁੰਦਾ ਹੈ। ਜਿਸਨੂੰ ਵਿਸਰੈ ਨਾਉ ਜਿਸ ਜੀਵ ਨੂੰ हे ਪ੍ਰਭੂ ਜੀ ਆਪ ਜੀ ਦਾ ਨਾਮ ਵਿਸਰ ਜਾਂਦਾ ਹੈ ਸੋ ਨਿਰਧਨ ਕਾਂਡੀਐ ਉਸ ਨੂੰ ਨਿਰਧਨ ਕਿਹਾ ਜਾਂਦਾ ਹੈ। ਉਹ ਕੰਗਾਲ ਹੈ, ਉਹ ਧਨ ਤੋਂ ਹੀਣਾ ਹੈ ਜਿਸ ਨੂੰ ਆਪ ਜੀ ਦਾ ਨਾਮ ਵਿਸਰ ਗਿਆ ਹੈ। ਜਿਸਨੂੰ ਵਿਸਰੈ ਨਾਉ ਜਿਸ ਨੂੰ ਪ੍ਰਭੂ ਜੀ ਆਪ ਜੀ ਦਾ ਨਾਮ ਭੁੱਲ ਗਿਆ ਹੈ ਸੋ ਜੋਨੀ ਹਾਂਡੀਐ ਉਹ ਜੂਨੀਆਂ ਦੇ ਵਿੱਚ ਪੈਂਦਾ ਹੈ, ਉਸ ਨੂੰ ਜੂਨੀਆਂ ਵਿੱਚ ਹੰਢਾਇਆ ਜਾਂਦਾ ਹੈ। ਭਾਵ ਉਹਨੂੰ ਜੂਨੀਆਂ ਭੋਗਣੀਆਂ ਪੈਂਦੀਆਂ, ਉਹਨੂੰ ਕਈਆਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ ਤੇ ਉਹ ਗਰਭ ਜੂਨੀਆਂ ਵਿੱਚ ਪੈਂਦਾ ਹੈ, ਵਾਰ-ਵਾਰ ਜੰਮਦਾ ਮਰਦਾ ਹੈ, 84 ਲੱਖ ਜੂਨਾਂ ਦਾ ਚੱਕਰ ਕੱਟਦਾ ਹੈ। ਜਿਸ ਕਸਮ ਨਾ ਆਵੇ ਚਿਤ ਜਿਸ ਜੀਵ ਨੂੰ ਮਾਲਕ ਚਿੱਤ ਵਿੱਚ ਚੇਤੇ ਨਹੀਂ ਆਉਂਦਾ ਹੈ ਇਸ ਜਮ ਡੰਡ ਦੇ ਇਸ ਜੀਵ ਨੂੰ ਜਮ ਡੰਡ ਦਿੰਦੇ ਆ, ਜਮਾਂ ਦਾ ਡੰਡਾ ਵੱਜਦਾ ਹੈ। ਜਮ ਉਸ ਜੀਵ ਨੂੰ ਟੈਕਸ ਲਾਉਂਦੇ ਹਨ, ਡੰਨ ਲਾਉਂਦੇ ਹਨ। ਜਿਸ ਕਸਮ ਨਾ ਆਵੀ ਚਿਤ ਜਿਸ ਜੀਵ ਨੂੰ ਮਾਲਕ ਪਰਮੇਸ਼ਰ ਚਿੱਤ ਵਿੱਚ ਯਾਦ ਨਹੀਂ ਆਉਂਦਾ ਹੈ ਰੋਗੀ ਸੇ ਗੜੇ ਮਹਾਰਾਜ ਕਹਿੰਦੇ ਉਹ ਰੋਗੀ ਗਿਣੇ ਜਾਂਦੇ, ਉਹਨਾਂ ਨੂੰ ਰੋਗ ਲੱਗਾ ਹੋਇਆ ਹੈ। ਹਉਮੈ ਦਾ ਰੋਗ, ਤ੍ਰਿਸ਼ਨਾ ਦਾ ਰੋਗ, ਅਗਿਆਨ ਦਾ ਰੋਗ, ਜੰਮਣ ਮਰਨ ਦਾ ਦੁੱਖ, ਉਹ ਰੋਗੀ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਚੇਤੇ ਨਹੀਂ ਆਉਂਦਾ। ਜਿਸ ਕਸਮ ਨਾ ਆਵੀ ਚਿਤ ਜਿਸ ਦੇ ਚਿੱਤ ਵਿੱਚ ਖਸਮ ਮਾਲਕ ਪਰਮੇਸ਼ਰ ਨਹੀਂ ਚੇਤੇ ਆਉਂਦਾ ਸੋ ਹਰੋ ਅਹੰਕਾਰੀਆ ਉਹ ਜੀਵ ਖਰੋ ਅਹੰਕਾਰੀਆ, ਬਹੁਤਾ ਹੀ ਸਤਿਗੁਰੂ ਕਹਿੰਦੇ ਵੱਡਾ ਹੰਕਾਰੀ ਹੋ ਜਾਂਦਾ ਹੈ। ਜਿਸ ਨੂੰ ਮਾਲਕ ਚੇਤੇ ਨਾ ਆਵੇ, ਪਰਮੇਸ਼ਰ ਚੇਤੇ ਨਾ ਆਵੇ, ਉਹ ਵੱਡਾ ਹੰਕਾਰੀ ਹੋ ਜਾਂਦਾ ਹੈ। ਸੋਈ ਦਹਿਲਾ ਜਗ ਉਹੀ ਜੀਵ ਫਿਰ ਜੱਗ ਦੇ ਵਿੱਚ ਦੁਖੀ ਰਹਿੰਦਾ ਹੈ। ਜਿਨ ਨਾਉ ਵਿਸਾਰੀਆ ਜਿਸ ਨੇ ਨਾਮ ਨੂੰ ਵਿਸਾਰ ਦਿੱਤਾ, ਪ੍ਰਭੂ ਨਾਮ ਨੂੰ ਭੁਲਾ ਦਿੱਤਾ ਹੈ। ਜਿਸ ਨੇ ਨਾਮ ਨੂੰ ਭੁਲਾ ਦਿੱਤਾ ਉਹ ਜੱਗ ਦੇ ਵਿੱਚ ਦੁਖੀ ਹੈ। ਜਿਸ ਨੂੰ ਮਾਲਕ ਚੇਤੇ ਨਹੀਂ ਆਉਂਦਾ ਉਹ ਵੱਡਾ ਹੀ ਹੰਕਾਰੀ ਹੈ। ਕਿਉਂਕਿ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਸੰਸਾਰ ਦੇ ਜੀਵਾਂ ਨੂੰ ਚਾਰ ਕੀ ਗੱਲਾਂ ਚੇਤੇ ਆ। ਮਹਾਰਾਜ ਕਿਹੜੀਆਂ ਕਿਹੜੀਆਂ? ਕਹਿੰਦੇ ਇੱਕ ਤੇ ਖਾਣਾ ਨਹੀਂ ਕਿਸੇ ਨੂੰ ਭੁੱਲਦਾ। ਵੇਖ ਕਿੰਨੀ ਕਿੰਨੀ ਵਾਰੀ ਸਾਰੀ ਦਿਹਾੜੀ 'ਚ ਛਕਣ ਛਕਾਉਣ ਵੱਲੇ ਧਿਆਨ ਦਿੰਦੇ। ਪੀਣਾ ਨਹੀਂ ਭੁੱਲਦਾ, ਹੱਸਣਾ ਨਹੀਂ ਭੁੱਲਦਾ, ਸੌਣਾ ਨਹੀਂ ਭੁੱਲਦਾ। ਖਾਣ ਵੱਲੇ ਪੂਰਾ ਧਿਆਨ ਦਿੱਤਾ ਜਾਂਦਾ, ਪੀਣ ਵੱਲੇ, ਹੱਸਣ ਵੱਲੇ, ਸੌਣ ਵੱਲੇ। ਤੇ ਭਾਈ ਮਰਦਾਨਿਆ ਇਹਨਾਂ ਜੀਵਾਂ ਨੂੰ ਭੁੱਲ ਗਿਆ। ਮਹਾਰਾਜ ਕੀ ਭੁੱਲਿਆ? ਕਹਿੰਦੇ ਮਰਨਾ ਭੁੱਲ ਗਿਆ। ਜਦੋਂ ਮੌਤ ਭੁੱਲ ਜਾਵੇ ਫਿਰ ਵੀ ਬੰਦਾ ਹੰਕਾਰੀ ਹੋ ਜਾਂਦਾ। ਜੇ ਮੌਤ ਚੇਤੇ ਰਵੇ ਤੇ ਹੰਕਾਰ ਥੋੜਾ ਜਿਹਾ ਨੀਵਾਂ ਰਹਿੰਦਾ। ਕਹਿੰਦੇ ਮਰਨਾ ਭੁੱਲ ਗਿਆ। ਕੱਲਾ ਮਰਨਾ ਹੀ ਨਹੀਂ ਭੁੱਲਿਆ ਭਾਈ ਮਰਦਾਨਿਆ, ਜਿਸ ਨੇ ਮਰਨਾ ਬਣਾਇਆ ਉਹ ਮਾਲਕ ਵੀ ਭੁੱਲ ਗਿਆ। ਜਿਨੇ ਜੰਮਣਾ ਤੇ ਮਰਨਾ ਬਣਾਇਆ ਨਾ ਉਹ ਵੀ ਨਾਲ ਹੀ ਭੁੱਲ ਗਿਆ। ਜੇ ਮਰਨਾ ਚੇਤੇ ਰਵੇ ਤੇ ਮਰਨਾ ਬਣਾਉਣ ਵਾਲਾ ਵੀ ਚੇਤੇ ਰਵੇ। ਮਲਾਰ ਰਾਗ ਦਾ ਪਹਿਲਾ ਹੀ ਸ਼ਬਦ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦੀ ਰੁੱਤ ਦੇ ਵਿੱਚ ਮਲਾਰ ਰਾਗ ਜ਼ਿਆਦਾ ਗਾਇਆ ਜਾਂਦਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਏਕੋ ਨਾਮ ਧਿਆਵਹੁ, ਆਪਣੀ ਪਤ ਸੇਤੀ ਘਰ ਜਾਵੋ। ਇਹ ਪ੍ਰਾਣਾਧਾਰੀ ਜੀਵੋ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਓ ਤਾਂ ਫਿਰ ਆਪਣੀ ਪਤ ਇੱਜ਼ਤ ਦੇ ਨਾਲ ਆਪਣੇ ਘਰ ਨੂੰ ਜਾਓਗੇ। ਤੋ ਸਤਿਗੁਰੂ ਗਰੀਬ ਨਵਾਜ ਨੇ 14ਵੀਂ ਪੌੜੀ ਸ਼ਲੋਕਾਂ ਦੇ ਸਹਿਤ ਉਚਾਰਨ ਕੀਤੀ।
ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਜਿਸ ਖਸਮ ਨਾ ਆਵੀ ਚਿਤ ਸੋ ਕਰੋ ਹੰਕਾਰੀਆ। ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।